Press the bell icon and never miss a video from Daily Awaaz. जब आपकी औद निधान बने अत हीरन में तब जूझ मरूं। सत श्री अकाल दोस्तों, मैं ਤੁਹਾਡਾ ਆਪਣਾ ਬਿੱਟੂ ਚੱਕਵਾਲਾ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਡੇਲੀ ਆਵਾਜ਼ ਤੇ। ਡੇਲੀ ਆਵਾਜ਼ ਤੇ ਅਸੀਂ ਸਮੇਂ-ਸਮੇਂ ਤੇ ਤੁਹਾਡੀ ਖਿਦਮਤ ਦੇ ਵਿੱਚ ਵੱਖੋ-ਵੱਖਰੇ ਪ੍ਰੋਗਰਾਮ ਲੈ ਕੇ ਸਾਡੀ ਟੀਮ ਹਾਜ਼ਰ ਹੁੰਦੀ ਰਹਿੰਦੀ ਹੈ। ਦੋਸਤੋ, ਅੱਜ ਅਸੀਂ ਪੁੱਜੇ ਹੋਏ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਲੌਦ ਰੋੜੀਆਂ ਦੇ ਵਿੱਚ। ਮਲੌਦ ਰੋੜੀਆਂ ਪਿੰਡ ਜਿੱਥੇ ਬਿਲਕੁਲ ਆਪਾਂ ਅਹਿਮਦਗੜ੍ਹ ਮੰਡੀ ਦੇ ਲਾਗੇ ਕਰਕੇ ਪਿੰਡ ਹੈ। ਇਸ ਪਿੰਡ ਦਾ ਇੱਕ ਦੇਸ਼ ਦੇ ਲਈ ਜਾਨ ਵਾਰਨ ਵਾਲਾ ਨੌਜਵਾਨ ਸੁਰਿੰਦਰ ਸਿੰਘ ਗੋਲਡੀ 4/10/2015 ਨੂੰ ਕਸ਼ਮੀਰ ਦੇ ਜੰਮੂ ਐਂਡ ਕਸ਼ਮੀਰ ਦੇ ਜੋ ਕੁਪਵਾੜਾ ਦੇ ਵਿੱਚ ਦੁਸ਼ਮਣ ਦੇ ਨਾਲ ਲੋਹਾ ਲੈਂਦਿਆਂ ਆਪਣੇ ਦੇਸ਼ ਲਈ ਜਾਨ ਵਾਰ ਗਿਆ। ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਦੁਖਾਂਤ, ਜਿੱਥੇ ਦੇਸ਼ ਦੇ ਲਈ ਜਾਨ ਵਾਰਨ ਤੋਂ ਬਾਅਦ ਆਪਣੇ ਮਾਪਿਆਂ ਤੋਂ ਵਿਛੜ ਜਾਣਾ, ਉੱਥੇ ਸਾਡੇ ਲਈ ਇੱਕ ਹੋਰ ਜ਼ਿਆਦਾ ਜਿਹੜੀ ਗੱਲ ਸੁਣਨ ਦੇ ਵਿੱਚ ਆਈ, ਜਿਹਨੇ ਸਾਨੂੰ ਇਸ ਪਰਿਵਾਰ ਵੱਲ ਖਿੱਚਣ ਲਈ ਮਜਬੂਰ ਕੀਤਾ। ਉਹ ਸੀ ਗੋਲਡੀ ਦੇ ਵਿਆਹ ਦੇ ਵਿੱਚ ਮਹਿਜ 20 ਦਿਨ ਬਾਕੀ ਸੀਗੇ। ਘਰ ਦੇ ਵਿੱਚ ਵਿਆਹ ਦੇ ਕਾਰਡ ਛਪ ਚੁੱਕੇ ਸੀਗੇ। ਪਰਿਵਾਰ ਨੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਸੀ। ਦੂਸਰੇ ਪਾਸੇ ਸੱਦੇ ਦਿੱਤੇ ਜਾ ਚੁੱਕੇ ਸੀ, ਪੈਲਸ ਬੁੱਕ ਸੀ ਤੇ ਲੋਕਾਂ ਨੇ ਜਿਹੜੀਆਂ ਆਪਣੀਆਂ ਤਿਆਰੀਆਂ ਖਿੱਚ ਦਿੱਤੀਆਂ ਸੀ। ਪਰਿਵਾਰ ਨੇ, ਮਾਂ ਨੇ, ਪਿਓ ਨੇ ਜਿਹੜਾ ਉਹ ਘਰ ਦੇ ਪੁੱਤਰ ਲਈ ਕਾਰਜ ਕਰਨੇ ਹੁੰਦੇ ਨੇ, ਬਹੁਤ ਸਾਰੀਆਂ ਰਸਮਾਂ ਦੀ ਬਿਲਕੁਲ ਤਿਆਰੀ ਕੀਤੀ ਸੀ। ਜਿਹੇ ਮੌਕੇ ਤੇ ਨੌਜਵਾਨ ਪੁੱਤ ਦਾ ਚਲੇ ਜਾਣਾ ਇੱਕ ਬਹੁਤ ਵੱਡਾ ਜਿਹੜਾ ਘਾਟਾ ਹੁੰਦਾ ਹੈ। ਬੇਸ਼ੱਕ ਦੇਸ਼ ਲਈ ਮਾਣ ਵਾਲੀ ਗੱਲ ਹੈ, ਪਰ ਪਰਿਵਾਰ ਦੇ ਉੱਪਰ ਕੀ ਬੀਤਦੀ ਹੈ ਉਸ ਤੋਂ ਬਾਅਦ, ਪਰਿਵਾਰ ਕਿਵੇਂ ਆਪਣੇ ਜਵਾਨ ਪੁੱਤ ਨੂੰ ਅੱਜ ਵੀ ਆਪਣੇ ਨਾਲ ਲੈ ਕੇ ਚੱਲ ਰਿਹਾ, ਅੱਜ ਵੀ ਉਸ ਪੁੱਤ ਦੀਆਂ ਜਿਹੜੀਆਂ ਯਾਦਾਂ ਨੂੰ ਮਾਪਿਆਂ ਵੱਲੋਂ ਤਾਜ਼ਾ ਰੱਖਿਆ ਜਾ ਰਿਹਾ। ਪੂਰੀ ਗੱਲਬਾਤ ਕਰਾਂਗੇ ਤੇ ਸਾਰੀ ਜਿਹੜੀ ਗੱਲਬਾਤ ਅਸੀਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਵੀ। ਗੋਲਡੀ ਦੇ ਘਰ ਤੱਕ ਵੀ ਚੱਲਾਂਗੇ ਤੇ ਉਸ ਮਹਾਨ ਸ਼ਹੀਦ ਦਾ ਬੁੱਤ ਵੀ ਵਿਖਾਵਾਂਗੇ, ਜਿੱਥੇ ਉਹ ਅੱਜ ਵੀ ਪਰਿਵਾਰ ਜਿਹੜਾ ਉੱਥੇ ਆਪਣੀ ਰਸਮਾਂ ਕਰਦਾ ਆ ਰਿਹਾ। ਤੁਸੀਂ ਬਣੇ ਰਹੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਅੰਕਲ ਜੀ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਠੀਕ ਠਾਕ ਹੋ ਜੀ? ਹਾਂ ਠੀਕ ਹੈ ਜੀ। ਤੁਸੀਂ ਦੱਸੋ? ਵਧੀਆ ਜੀ ਵਧੀਆ। ਤੁਸੀਂ ਦੱਸੋ, ਮਾਤਾ ਜੀ ਹੁਣੀ ਠੀਕ ਠਾਕ ਨੇ ਜੀ? ਚਲੋ ਬਹੁਤ ਵਧੀਆ ਜੀ। ਕਿਵੇਂ ਚੱਲ ਰਹੀ ਹੈ ਜੀ ਜ਼ਿੰਦਗੀ? ਠੀਕ ਹੈ ਉਹ ਤੁਸੀਂ ਟਾਈਮ ਪਾਸ ਹੋਈ ਜਾਂਦਾ, ਮਹਾਰਾਜ ਦੀ ਕਿਰਪਾ ਨਾਲ ਵਧੀਆ ਹੀ ਚਾਹੀਦਾ। ਅਸੀਂ ਅੱਜ ਤੁਹਾਡੇ ਨਾਲ ਕਰਾਂਗੇ ਜੀ ਆਪਾਂ ਇਹ ਪੂਰੀ ਗੱਲਬਾਤ ਜਿਹੜੀ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਤੁਹਾਡੇ ਬੇਟੇ ਨੇ ਦੇਸ਼ ਲਈ ਜਾਨ ਦਿੱਤੀ ਹੈ। ਠੀਕ ਹੈ। ਤੁਸੀਂ ਇੱਕ ਗੱਲ ਕਰ ਰਹੇ ਸੀ, ਸਾਨੂੰ ਪਤਾ ਲੱਗਿਆ ਸੀ ਕਿ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦਾ ਮੈਂ ਵੇਖ ਰਿਹਾ ਇਹ ਕਮਰਾ ਜਿਹੜਾ ਤੁਸੀਂ ਤਿਆਰ ਕਰਵਾਇਆ ਸੀ। ਹਾਂ ਬੇਟੇ, ਇਹ ਕਮਰਾ ਤਿਆਰ ਹੋਇਆ, ਅੱਜ ਤੁਹਾਨੂੰ ਮੈਂ ਦਿਖਾ ਦਿੰਦਾ ਉਹ ਤੋਂ। ਜੀ ਜ਼ਰੂਰ। ਹਾਂ ਜੀ ਜ਼ਰੂਰ ਜੀ।
हाँ जी बेटे, आ कमरा। ਅੱਛਾ ਬੇਟੇ, ਜੀ ਇਹ ਮੇਰੇ ਬੇਟੇ ਦਾ ਕਮਰਾ। ਪਹਿਲਾਂ ਵੀ ਜਦੋਂ ਵਿਆਹ ਤੋਂ ਪਹਿਲਾਂ ਜੀ ਇਸ ਬੱਚੇ ਦਾ ਸੀ ਜਾਣੀ ਜਦੋਂ ਸੋਚਿਆ ਦੀ ਵਿਆਹ ਦੀਆਂ ਤਿਆਰੀਆਂ ਕਰੀਆਂ ਤੇ ਸਭ ਕੁਝ ਕੀਤਾ ਸੀ, ਇਹ ਕਮਰਾ ਪਹਿਲਾਂ ਹੀ ਅਸੀਂ ਉਹਨੂੰ ਕਹਿੰਦਾ ਸੀ ਬੇਟੇ ਤੇਰਾ ਹੀ ਕਮਰਾ ਹੈ। ਗੋਲਡੀ ਦਾ ਇਹੀ ਕਮਰਾ ਸੀ? ਹਾਂ ਇਹੀ ਕਮਰਾ ਇੱਥੇ ਰਹਿੰਦਾ ਸੀ। ਇੱਥੇ ਰਹਿੰਦਾ ਸੀ ਜਦੋਂ ਛੁੱਟੀ ਆਉਂਦੇ ਸੀ ਹਾਂਜੀ, ਛੁੱਟੀ ਆਉਂਦਾ ਸੀ। ਹਾਂਜੀ ਇਹੀ ਸੀ। ਨਹੀਂ ਛੁੱਟੀਆਂ ਆਉਂਦਾ ਸੀ ਉੱਧਰ ਰਹਿੰਦਾ ਸੀ। ਉਸ ਤੋਂ ਬਾਅਦ ਮੈਂ ਤਿਆਰ ਕਰਾਇਆ ਤੇ ਫਿਰ ਇਹ 2 ਕਮਰੇ ਅਲੱਗ ਬਣਾਏ ਸੀ। ਓਕੇ ਓਕੇ। ਇਹ ਗੋਲਡੀ ਦਾ ਬਣਾਤਾ ਸੀ ਵੀ ਉਹ ਦੂਸਰੇ ਮੁੰਡੇ ਦਾ ਬਣਾਤਾ ਸੀ। ਜੀ। ਅਲੱਗ-ਅਲੱਗ ਕਮਰੇ 2 ਭਰਾ ਨੇ? ਹਾਂ 2 ਭਰਾ ਸੀ। ਜੀ ਜੀ ਜੀ। ਅਣਜੀਤ ਸਿੰਘ ਤੇ ਸੁਰਿੰਦਰ ਸਿੰਘ ਗੋਲਡੀ। ਹਾਂਜੀ ਜੀ। ਔਰ ਉਸ ਤੋਂ ਬਾਅਦ ਇਹ ਫਿਰ ਸ਼ਹੀਦ ਹੋ ਗਏ ਜੀ ਕੁਪਵਾੜੇ ਦੇ ਵਿੱਚ ਲੜਦੇ। ਚਲੋ ਜਦੋਂ ਆਏ ਸਾਨੂੰ ਪਤਾ ਲੱਗਿਆ ਜੀ ਸਾਡਾ ਸਾਰਾ ਹੀ ਕੁਝ ਖਤਮ ਹੋ ਗਿਆ ਬੇਟੇ। ਤੇ ਚਲੋ ਅੱਜ ਅਸੀਂ ਇਸ ਬੱਚੇ ਦੀ ਯਾਦਗਿਰੀ ਇੱਕ ਤਿਆਰ ਕੀਤੀ ਹੈ। ਜੀ ਸਾਰੇ ਸਾਨੂੰ ਕਮਰੇ ਵੇਖ ਰਹੇ ਜੀ ਬਹੁਤ ਕੁਝ ਜਿਹੜਾ ਤੁਸੀਂ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦਾ ਸਾਂਭ ਰੱਖਿਆ। ਇੱਥੋਂ ਦੱਸੋ ਜੀ ਇਹ ਮੈਨੂੰ। ਸਿੱਖ ਰੈਜੀਮੈਂਟ ਦਾ ਇਹ ਕਿਰਪਾਨ ਹੈ ਜਦੋਂ ਉਸ ਟਾਈਮ ਭੋਗ ਤੇ ਦਿੱਤੀ ਹੈ ਸਾਨੂੰ। ਅੱਛਾ ਜੀ। ਸਿੱਖ ਰੈਜੀਮੈਂਟ 6 ਬਟਾਲੀਅਨ ਜੀ ਉਹਨਾਂ ਨੇ ਸਾਨੂੰ ਆ ਕੇ ਇਹ ਜੀ ਸਾਨੂੰ ਭੇਟ ਕੀਤੀ ਹੈ ਜੀ। ਇਹ ਦੇਸ਼ ਦਾ ਤਿਰੰਗਾ ਦੇਸ਼ ਦਾ ਤਿਰੰਗਾ ਨਾਲ ਹੀ ਆਇਆ ਸੀ ਜਦੋਂ ਮੇਰਾ ਗੋਲਡੀ ਸ਼ਹੀਦ ਮੁੰਡਾ ਆਇਆ ਜੀ। ਉਸ ਸਮੇਂ ਨਾਲ ਦੀ ਦੇਹ ਦੇ ਉੱਪਰ ਹਾਂਜੀ ਨਾਲ ਜਿਹੜਾ ਇਹ ਬਹੁਤ ਹਾਂਜੀ। ਉਸ ਤੋਂ ਬਾਅਦ ਜੀ ਇਹ ਨੀਚੇ ਪਈਆਂ ਨੇ ਉਹਦੀਆਂ ਜੁੱਤੀਆਂ। ਅੱਛਾ ਜੀ। ਇਹ ਜਦੋਂ ਦੀਆਂ ਉਸ ਸਮੇਂ ਦੀਆਂ ਨੇ ਜਿਹੜੀਆਂ ਉਹ ਪਹਿਨਦਾ ਸੀ। ਜੀ ਤੇ ਉਸ ਤੋਂ ਬਾਅਦ ਇਹ ਵਰਦੀ ਹੈ ਜੀ। ਹਾਂ ਮੈਂ ਉਹੀ ਵੇਖ ਰਿਹਾ ਵੀ ਇਹ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੀ ਉਹ ਵਰਦੀ ਹੈ। ਦੋਸਤੋ ਤੁਸੀਂ ਵੇਖ ਰਹੇ ਹੋ, ਇਹ ਦੇਖੋ ਮਾਪਿਆਂ ਦੀ ਕਿੱਡੀ ਵੱਡੀ ਸੋਚ ਹੈ ਜਿਹੜੀ ਅਕਸਰ ਆਪਾਂ ਵੇਖਦੇ ਹਾਂ ਕਿ ਬਹੁਤ ਵਾਰ ਹੁੰਦਾ ਕਿ ਸ਼ਹੀਦ ਦੇਸ਼ ਲਈ ਨੌਜਵਾਨ ਜਾਨਾਂ ਵਾਰ ਜਾਂਦੇ ਨੇ। ਉਸ ਤੋਂ ਬਾਅਦ ਸਾਡੇ ਲੋਕ, ਪਿੰਡ ਦੇ ਲੋਕ, ਘਰ ਦੇ ਪਰਿਵਾਰਕ ਮੈਂਬਰ ਭੁੱਲ ਭੁਲਾ ਜਾਂਦੇ ਨੇ। ਪਰ ਅਸੀਂ ਪਹਿਲੀ ਵਾਰ ਵੇਖ ਰਹੇ ਹਾਂ ਅੰਕਲ ਜੀ ਜਿਹੜਾ ਤੁਸੀਂ ਉਹਨਾਂ ਦੀ ਯਾਦ ਨੂੰ ਸਾਂਭਿਆ ਹੋਇਆ, ਉਹਨਾਂ ਦੀ ਕੱਲੀ ਚੀਜ਼ ਹੈ ਜਿਹੜੀ ਫੋਟੋਆਂ ਨੇ, ਵੇਖੋ ਵਰਦੀ ਹੈ, ਇਹ ਮੈਡਲ ਹੈ ਮੇਰਾ ਖਿਆਲ ਜੀ ਉਹਨਾਂ ਨੂੰ ਮਿਲਿਆ। ਮੈਡਲ ਸਾਨੂੰ ਰਾਮਗੜ੍ਹ ਰਾਂਚੀ। ਅੱਛਾ ਜੀ। ਇੱਕ ਇਹ ਚੀਜ਼ ਮਿਲੀ ਸੀ ਮੈਡਲ ਜੀ। ਇੱਕ ਸਾਨੂੰ ਉਧਰ ਹੋਰ ਮਿਲੀ ਹੈ, ਮੈਂ ਤੁਹਾਨੂੰ ਦਿਖਾ ਰਿਹਾ ਜੀ। ਤੇ ਇੱਕ ਮਿੰਟ ਸਾਨੂੰ ਇਹ ਰਾਮਗੜ੍ਹ ਰਾਂਚੀ ਤੋਂ। ਅੱਛਾ ਜੀ। ਆਹ ਦੇਖੋ ਬੇਟੇ ਸਾਨੂੰ ਰਾਮਗੜ੍ਹ ਰਾਂਚੀ ਤੋਂ ਇਹ ਸਨਮਾਨ ਦਾ ਇਹ ਸਨਮਾਨ ਤੋਂ ਸਾਨੂੰ ਉੱਥੇ ਫੋਟੋ ਵੀ ਲੱਗੀ ਆ ਉਹਨਾਂ ਦੀ। ਹਾਂਜੀ ਉਹਨਾਂ ਦੀ ਫੋਟੋ ਵੀ ਲੱਗੀ ਹੈ। ਜੀ ਰਾਮਗੜ੍ਹ ਰਾਂਚੀ ਜੀ ਉਹਨਾਂ ਨੇ ਕੀਤਾ। ਇਹ ਜਦੋਂ ਕੁਪਵਾੜੇ ਦੇ ਵਿੱਚ ਗਿਆ ਸੀ ਬੇਟੇ ਇਹ ਆਰ ਜੌਂਟ ਵੱਜਦੀ ਹੈ ਕਿ ਬਹੁਤ ਖਤਰਨਾਕ ਜੌਂਟ। ਜੀ ਉੱਥੇ 3 ਸਾਲ ਉਹਨਾਂ ਨੂੰ ਲਾਉਣੇ ਪੈਂਦੇ ਨੇ। ਤੇ 3 ਸਾਲ ਬਾਅਦ ਤੁਹਾਨੂੰ ਪਤਾ ਵੀ ਇਹ ਜਾਣੀ ਦੀ ਇੰਨਾ ਕੁ ਹੋਣਹਾਰ ਲੜਕਾ ਸੀ। ਜਾਣੀ ਦੀ ਮੈਨੂੰ ਜੌਂਟ ਵਾਲੇ ਕਹਿੰਦੇ ਸੀ ਵੀ ਇਸ ਬੱਚੇ ਨੂੰ ਸਾਰਾ ਜਿੰਨਾ ਵੀ ਜੰਗਲਾਂ ਦਾ ਉੱਥੇ ਇੰਨਾ ਕੁ ਭੇਤ ਦੀ ਕੋਈ ਅੰਤ ਨਹੀਂ। ਪੂਰੀ ਜਾਣਕਾਰੀ ਰੱਖ। ਅੱਛਾ ਆ ਮੈਨੂੰ ਲੱਗਦਾ ਸਾਰਾ ਨਿੱਤ ਵਰਤਨ ਦਾ ਸਮਾਨ ਆ ਜਿਹੜਾ ਇਹ ਬੇਟੇ ਸਮਾਨ ਆ ਜੀ ਉਹਦੀਆਂ ਵਰਦੀਆਂ ਨੇ। ਇਹ ਉਸ ਸਮੇਂ ਦੀਆਂ ਵਰਦੀਆਂ ਨੇ ਜਦੋਂ ਇਹ ਪਹਿਨਦਾ ਸੀ। ਸਾਰੀਆਂ ਵਰਦੀਆਂ ਜੋ ਵੀ ਉਹਦੀਆਂ ਪੱਗਾਂ ਹੇਠਾਂ ਪਈਆਂ ਨੇ ਜੀ ਇਹ ਵਰਦੀਆਂ ਪਈਆਂ ਨੇ। ਉਸ ਉਧਰ ਪਈਆਂ ਨੇ ਉਹਦੀਆਂ ਕਮਰੇ 'ਚ ਜਿੰਨੀਆਂ ਕਿ ਲੱਗੀਆਂ ਇੱਥੇ ਲਾਤੀਆਂ। ਬਾਕੀ ਜੋ ਇਹਦਾ ਸਾਬਣ ਤੇਲ ਸਾਰਾ ਕੁਛ ਆ ਦੇਖੋ ਇਹ ਸਾਰੀ ਉਹਦੀ ਯਾਦਗਿਰੀ ਅਸੀਂ ਬਣਾ ਕੇ ਰੱਖੀ ਹੈ। ਜੀ ਜੋ ਸਮਾਨ ਲਿਆਉਂਦਾ ਹੁੰਦਾ ਸੀ ਉਹ ਲੱਕੜੀ ਦੇ ਸਮਾਨ ਉਧਰਲੇ ਪਾਸੇ ਜਾ ਕੇ ਘਵਾਟੀ ਤੋਂ ਹੈਦਰਾਬਾਦ ਜਿੰਨੇ ਉਧਰੋਂ ਜਾਂਦਾ ਆਉਂਦਾ ਸੀ। ਜੀ ਉਹ ਸਾਰੀਆਂ ਨੇ ਜਾਂਦਾ ਨੇ ਚੀਨ ਤੋਂ ਆਉਂਦਾ ਸੀ ਉਧਰੋਂ ਜਦੋਂ ਆਉਂਦਾ ਸੀ ਬਾਰਡਰਾਂ ਤੇ ਉੱਥੇ ਲੱਗਦੀ ਡਿਊਟੀ ਉੱਥੋਂ ਲੈ ਕੇ ਆਉਂਦੇ ਸੀ। ਉਹ ਫਿਰ ਅਸੀਂ ਇਹਦੀਆਂ ਸੰਭਾਲ ਕੇ ਚੀਜ਼ਾਂ ਰੱਖੀਆਂ। ਜੀ ਇਧਰ ਅੱਗੇ ਮੈਂ ਕਹਿੰਦਾ ਅੱਗੇ ਜਿਹੜੀਆਂ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਲਾਈਆਂ ਹੋਈਆਂ ਪੂਰੀ ਦੀ ਪੂਰੀ ਜਿਹੜੀ ਇੱਕ ਫਾਈਲ ਤੁਸੀਂ ਤਿਆਰ ਕੀਤੀ। ਇਹ ਮੈਂ ਫਾਈਲ ਤਿਆਰ ਕੀਤੀ। ਇਹ ਛੋਟੇ ਹੁੰਦੇ ਬੱਚਿਆਂ ਦੀ ਸੀ। ਅੱਛਾ ਦੋਨੋਂ ਭਰਾਵਾਂ ਦੀ। ਦੋਨੋਂ ਭਰਾ। ਗੋਲਡੀ ਕਿਹੜਾ ਇਹਨਾਂ ਦਾ? ਗੋਲਡੀ ਆ ਬੜਾ ਹੈ ਜੀ। ਅੱਛਾ ਇਹ ਹਾਂਜੀ ਆ ਛੋਟਾ ਬੱਚਾ। ਠੀਕ ਹੈ ਜੀ। ਅਣਜੀਤ ਸਿੰਘ। ਠੀਕ ਹੈ ਜੀ। ਇਹ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਨੇ। ਇਹ ਆਰ ਚ ਦੇ ਲੋ ਜਦੋਂ ਉੱਥੇ ਰਹਿੰਦਾ ਸੀ ਉਸ ਸਮੇਂ ਦੀ ਹੈ। ਇਹ ਫਿਰ ਜਦੋਂ ਮੁੰਡਾ ਸ਼ਹੀਦ ਹੋ ਗਿਆ ਸੀ ਉਸ ਸਮੇਂ ਦੀ ਹੈ। ਇਹ ਜਦੋਂ ਕੁਪਵਾੜੇ ਦੇ ਵਿੱਚ ਰਹਿੰਦਾ ਸੀ ਹਾਂਜੀ ਉਸ ਸਮੇਂ ਦੀ ਹੈ ਫੋਟੋ ਜੀ। ਔਰ ਉਸ ਤੋਂ ਬਾਅਦ ਇਹ ਕੁਪਵਾੜੇ ਜਦੋਂ ਚਲੇ ਗਿਆ ਸੀ ਜੀ ਆਰ ਚ ਹਾਂਜੀ ਇਹ ਤਸਵੀਰਾਂ ਉਸ ਸਮੇਂ ਦੀਆਂ। ਇਹ ਸਾਰੀਆਂ ਯਾਦਾਂ ਜਿਹੜੀਆਂ ਉਸ ਵਕਤ ਦੀਆਂ ਨੇ ਉਸ ਟਾਈਮ ਦੀਆਂ ਆਪਦੀਆਂ ਨੇ ਆਪਣੇ ਮਿੱਤਰਾਂ ਦੇ ਨਾਲ ਹੈ ਕਿਤੇ ਨਾ ਕਿਤੇ। ਉਸ ਤੋਂ ਇਲਾਵਾ ਇਹ ਆ ਦੇਖੋ ਜੀ ਉਹ ਗਾਹਾਂ ਲੁਧਿਆਣੇ ਹੈਲੀਕਾਪਟਰ 'ਚ ਇਹ ਆ ਰਹੇ ਹੈ ਉਹ ਬੱਚਾ ਇਹਨਾਂ ਦੀ ਮ੍ਰਿਤਕ ਦੇਹ ਲੈ ਕੇ ਆ ਰਹੀ। ਹਾਂਜੀ ਦੇਹ ਲੈ ਕੇ ਆਏ ਨੇ। ਉਸ ਤੋਂ ਬਾਅਦ ਉੱਥੇ ਫਿਰ ਇਹ ਸਲਾਮੀ ਦੇ ਰਹੇ ਨੇ ਸਾਰੇ ਫੌਜੀ ਆ ਗਈ। ਇਹ ਫਿਰ ਆਪਾਂ ਆ ਗਏ ਜੀ ਇੱਥੇ ਪਿੰਡ। ਅੱਛਾ ਜੀ। ਆ ਦੇਖੋ ਜੀ ਆ ਫਿਰ ਆਪਾਂ ਆ ਗਏ ਘਰੇ ਜੀ। ਇੱਥੇ ਫਿਰ ਘਰੇ ਆ ਛੋਟਾ ਬ੍ਰਦਰ ਹੈ ਅਣਜੀਤ ਸਿੰਘ ਤੇ ਉਹ ਮੈਂ ਆ ਗਏ ਫਿਰ ਇਹ ਬੱਚੇ ਬਾਕੀ ਹੋਰ ਪਬਲਿਕ ਬਾਕੀ ਹੋਰ ਇੱਧਰ ਲੀਡਰ ਜਿੰਨੇ ਵੀ ਹੈਗੇ ਸਾਰੇ ਇਹ ਅਸੀਂ ਚਲੇ ਗਏ ਜੀ ਮੜੀਆਂ ਦੇ ਵਿੱਚ। ਇਹ ਸੰਸਕਾਰ ਤੱਕ ਦਾ ਜਿਹੜਾ ਅੰਤਮ ਸੰਸਕਾਰ ਤੱਕ ਦਾ ਅੰਤਮ ਸਮਾਂ ਤੱਕ ਇਹ ਜਿਹੜਾ ਬੈੱਡ ਤੁਸੀਂ ਰੱਖਿਆ ਇਹ ਕੱਪੜੇ ਜਿਹੜਾ ਵਿਛਾ ਰੱਖਿਆ ਇਹ ਜੀ ਬੈੱਡ ਅਸੀਂ ਇਹਦਾ ਬੱਚੇ ਦਾ ਅੱਜ ਵੀ ਸਾਡੇ ਲਈ ਤੇ ਇਹ ਹਾਜ਼ਰ ਨਾਜ਼ਰ ਹੈ ਜੀ। ਸ਼ਹੀਦ ਕਦੇ ਮਰਦੇ ਨਹੀਂ ਹੁੰਦੇ।
ਜੀ ਹਾਜ਼ਰ ਨਾਜ਼ਰ ਹੁੰਦੇ। ਇਹਨਾਂ ਦਾ ਅਸੀਂ ਜੋ ਵੀ ਬੈੱਡ ਹੈ ਰਾਤ ਨੂੰ ਇਹਨਾਂ ਦਾ ਬਿਸਤਰ ਲਾ ਕੇ ਜੀ ਭੋਗ ਇਹਨਾਂ ਨੂੰ ਲਵਾਉਣਾ ਅਸੀਂ। ਭੋਗ ਲਵਾ ਕੇ ਜੀ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਭੋਗ ਲਵਾਤਾ ਉਸ ਤੋਂ ਬਾਅਦ ਇਹਨਾਂ ਦਾ ਬਿਸਤਰ ਲਾ ਦੇਣਾ ਹੈ। ਅੱਛਾ। ਉਸ ਤੋਂ ਬਾਅਦ ਪੱਖਾ ਚਲਾ ਦੇਣਾ ਹੈ। ਜੀ। ਪੱਖਾ ਚਲਾ ਕੇ ਅਸੀਂ ਸਾਰਿਆਂ ਨੇ ਫਿਰ ਗੇਟ ਇਹਨਾਂ ਦਾ ਖੁੱਲ੍ਹਾ ਛੱਡ ਦੇਣਾ, ਭੇੜ ਕੇ ਅਸੀਂ ਆਪਣਾ ਆਪਦੇ ਪੈ ਜਾਣਾ, ਇਹਨਾਂ ਦੇ ਬੱਚੇ ਨੇ ਆਪਣੇ ਜੀ। ਇਹ ਕਮਰਾ ਜੀ, ਇਹ ਇਹਦੀ ਯਾਦਗਿਰੀ ਬਣਾਈ ਹੋਈ ਆ ਸਾਡੀ। ਚਲੋ ਬੇਟੇ। ਸੋ ਦੋਸਤੋ ਆਪਾਂ ਅੰਕਲ ਜੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਅਗਲੀ ਗੱਲਬਾਤ ਮਾਤਾ ਜੀ ਉਹਨਾਂ ਨਾਲ ਤੇ ਆਪਾਂ ਤੁਹਾਡਾ ਨਾਲ ਇਕੱਠਿਆਂ ਨਾਲ ਕਰਦੇ ਹਾਂ ਜੀ। ਠੀਕ ਹੈ ਬੇਟੇ, ਆ ਜਾਓ ਤੁਸੀਂ ਉੱਧਰ ਬਾਹਰ ਸਭ ਗੱਲ ਕਰਾਉਣੇ। ਸੋ ਦੋਸਤੋ ਇਹ ਇੱਕ ਅਸੀਂ ਤੁਹਾਨੂੰ ਜਿਹੜੀ ਇੱਕ ਉਹਨਾਂ ਦਾ ਕਮਰਾ ਦਿਖਾਇਆ ਜਿੱਥੇ ਸ਼ਹੀਦ ਸਾਡੇ ਦੇਸ਼ ਦਾ ਗੌਰਵ, ਸਾਡੇ ਪੰਜਾਬ ਦਾ ਮਾਣ ਸੁਰਿੰਦਰ ਸਿੰਘ ਗੋਲਡੀ, ਉਹਨਾਂ ਦੀਆਂ ਪੂਰੀਆਂ ਯਾਦਾਂ ਨੇ ਜਿਹੜੀਆਂ ਵੇਖੋ ਪਰਿਵਾਰ ਨੇ ਸਾਂਭ ਕੇ ਰੱਖੀਆਂ ਹੋਈਆਂ। ਕੱਲੀ ਕੱਲੀ ਚੀਜ਼ ਹੈ, ਉਹਨਾਂ ਦੀਆਂ ਫੋਟੋਆਂ ਨੇ, ਉਹਨਾਂ ਦੇ ਮੈਡਲ ਨੇ, ਉਹਨਾਂ ਦੀ ਵਰਦੀ ਹੈ, ਉਹਨਾਂ ਦੇ ਆਮ ਵਰਤਣ ਵਾਲਾ ਸਮਾਨ ਹੈ, ਉਹਨਾਂ ਦੇ ਬੂਟ ਨੇ, ਜੁੱਤੀਆਂ ਨੇ, ਫੋਟੋ ਤੇ ਨਾਲ ਦੀ ਨਾਲ ਉਹਨਾਂ ਦੇ ਕੱਪੜੇ ਵੀ ਹੈ। ਇੱਥੋਂ ਤੱਕ ਜਿਵੇਂ ਅੰਕਲ ਜੀ ਦੱਸ ਰਹੇ ਨੇ ਕਿ ਅਸੀਂ ਉਹਨਾਂ ਨੂੰ ਇੱਥੇ ਜਿਹੜਾ ਪਹਿਨ ਲਈ ਵੀ ਉਸੇ ਤਰ੍ਹਾਂ ਹੀ ਜਿਹੜਾ ਕੱਪੜੇ ਦਿੱਤੇ ਹੋਏ ਨੇ, ਅੱਜ ਵੀ ਉਹ ਇਹਨਾਂ ਦੇ ਲਈ ਜਿਹੜੇ ਇੱਥੇ ਹੀ ਨੇ। ਸੋ ਆਪਾਂ ਅਗਲੀ ਗੱਲਬਾਤ ਮਾਤਾ ਜੀ ਨਾਲ ਤੇ ਅੰਕਲ ਜੀ ਨਾਲ ਅੱਜ ਆਪਣੇ ਬੱਚੇ ਤੇ ਫਖਰ ਵੀ ਹੈ ਜੀ, ਮਾਣ ਵੀ ਹੈ। ਸਾਡਾ ਬੱਚਾ ਬਹੁਤ ਕੁਰਬਾਨੀ ਦੇਸ਼ ਲਈ ਕਰ ਗਿਆ ਜੀ, ਔਰ ਸਾਡੇ ਨਗਰ ਦਾ ਮਲੌਦ ਰੋੜੀਆਂ ਖੇੜੀ ਦਾ ਨਾਮ ਰੋਸ਼ਨ ਕਰ ਗਿਆ। ਬਿਲਕੁਲ ਜੀ। ਔਰ ਅੱਜ ਸਾਨੂੰ ਘਾਟਾ ਵੀ ਬਹੁਤ ਮਹਿਸੂਸ ਹੈ ਜੀ। ਔਰ ਮੈਨੂੰ ਅੱਜ ਇੰਨੀ ਕੁ ਯਾਦ ਆ ਰਹੀ ਹੈ ਉਸ ਬੱਚੇ ਦੀ, ਬਹੁਤ ਜ਼ਿਆਦਾ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਜੋ। ਸੋ ਦੋਸਤੋ ਇਹ ਇੱਕ ਬਹੁਤ ਭਾਵੁਕ ਪਲ ਹੁੰਦੇ ਨੇ ਕਿਉਂਕਿ ਇੱਕ ਜਵਾਨ ਪੁੱਤ ਦਾ ਚਲੇ ਜਾਣਾ ਤਾਂ ਦੁਨੀਆ ਤੋਂ ਸਭ ਨੇ ਹੀ ਹੈ। ਖੈਰ ਦੇਸ਼ ਲਈ ਚਲੇ ਜਾਣਾ ਮੇਰਾ ਖਿਆਲ ਉਹ ਸਦਾ ਹੀ ਜਿਉਂਦੇ ਰਹਿੰਦੇ ਨੇ। ਔਰ ਮੇਰੇ ਬੱਚੇ ਦੀ ਸਾਰੀ ਤਿਆਰੀ ਸੀ ਜੀ, ਸਮਝ ਲਓ ਤੁਸੀਂ, ਕਾਰਡ ਤੱਕ ਸਫਾਏ ਪਏ ਸੀ ਜੀ, ਹਲਵਾਈਆਂ ਨੂੰ ਸਾਈਆਂ ਦਿੱਤੀਆਂ ਹੋਈਆਂ ਸੀ, ਆਰਕੈਸਟਰਾ ਵਾਲੇ ਦੀ, ਟੈਂਟ ਵਾਲੇ ਦੀ, ਉਹ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਪਈਆਂ। ਮੇਰੀ ਘਰ ਵਾਲੀ ਬਲਜਿੰਦਰ ਕੌਰ ਨੇ ਜੀ ਹਰ ਕੱਪੜਾ ਉਹਦਾ ਲੈ ਕੇ ਇੰਨਾ ਪ੍ਰੇਮ ਸ਼ੌਂਕ ਨਾਲ ਲਿਆ ਵੀ ਉਹਨੂੰ ਆ ਕੇ ਇੰਨਾ ਕਿਹਾ ਸੀ ਵੀ ਬੇਟੇ ਆ ਕੇ ਬਸ ਆਪਣੇ ਵਰਦੀਆਂ ਤੇ ਆਪਦੀਆਂ ਕੱਪੜਾ ਲੀੜਾ ਜੋ ਤੈਂ ਆਪਦਾ ਲੈਣਾ, ਬਾਕੀ ਅਸੀਂ ਸਾਰੇ ਪਰਿਵਾਰ ਨੇ ਲੈ ਜੀ। ਜੀ ਜੀ। ਸੋ ਦੋਸਤੋ ਇਹ ਸਾਰੀ ਗੱਲਬਾਤ ਕਰਾਂਗੇ ਆਪਾਂ ਕਿਉਂਕਿ ਜਿਵੇਂ ਅੰਕਲ ਜੀ ਦੱਸ ਰਹੇ ਨੇ ਕਿ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦਾ ਜਿਹੜਾ ਵਿਆਹ ਵੀ ਰੱਖਿਆ ਹੋਇਆ ਸੀ, ਉਹ ਸਾਰੀ ਗੱਲਬਾਤ ਆਪਾਂ ਅੱਗੇ ਮਾਤਾ ਜੀ ਉਹਨਾਂ ਨਾਲ ਬਹਿ ਕੇ ਕਰਾਂਗੇ। ਚਲੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ ਇਸ ਵਕਤ ਅਸੀਂ ਗੱਲਬਾਤ ਕਰਾਂਗੇ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੇ ਪਿਤਾ ਸਰਦਾਰ ਗੁਰਚਰਨ ਸਿੰਘ ਜੀ ਤੇ ਮਾਤਾ ਬਲਜਿੰਦਰ ਕੌਰ ਜੀ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਇੱਥੇ ਸਾਡੇ ਨਾਲ ਇਸ ਵਕਤ ਹਾਜ਼ਰ ਨੇ, ਮੌਜੂਦ ਨੇ। ਆਪਾਂ ਉਹਨਾਂ ਦੇ ਜੀਵਨ ਬਾਰੇ ਤੇ ਕਿਵੇਂ ਜਿਹੜੀ ਉਹਨਾਂ ਦੀ ਸ਼ਹੀਦੀ ਹੋਈ ਸੀ ਤੇ ਕਿਵੇਂ ਜਿਹੜਾ ਉਹਨਾਂ ਨੇ ਦੇਸ਼ ਲਈ ਬਲੀਦਾਨ ਦਿੱਤਾ ਤੇ ਕਿਵੇਂ ਜਿਹੜੀ ਉਹ ਆਪਣੀ ਵਿੱਦਿਆ ਹਾਸਲ ਕੀਤੀ ਤੇ ਕਿਵੇਂ ਦਾ ਜੀਵਨ ਸੀ, ਉਹ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਅੰਕਲ ਜੀ, ਜਿਸ ਤਰ੍ਹਾਂ ਆਪਾਂ ਅੰਦਰ ਗੱਲਬਾਤ ਕਰ ਰਹੇ ਸੀ ਕਿ ਤੁਸੀਂ ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਸੰਭਾਲ ਕੇ ਰੱਖੀਆਂ ਨੇ ਤੇ ਉਹਨਾਂ ਦੇ ਬੇਸ਼ੱਕ ਉਹ ਵਰਦੀ ਹੈ ਜਾਂ ਹੋਰ ਬਹੁਤ ਸਾਰੀਆਂ ਯਾਦਾਂ ਨੇ, ਉਹਨਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹਨਾਂ ਨੇ ਉਸ ਵਕਤ ਆਪਣੇ ਸਾਥੀਆਂ ਨਾਲ ਭਾਰਤੀ ਫੌਜ ਦੇ ਵਿੱਚ ਡਿਊਟੀ ਦੇ ਦੌਰਾਨ ਫੋਟੋਆਂ ਵਗੈਰਾ ਕਰਵਾਈਆਂ ਸੀ। ਮੈਂ ਚਾਹੂੰਗਾ ਆਪਾਂ ਦਰਸ਼ਕਾਂ ਨੂੰ ਦੱਸੀਏ ਕਿ ਉਹਨਾਂ ਦਾ ਜਨਮ ਕਦੋਂ ਹੋਇਆ ਸੀਗਾ, ਕਿੱਥੋਂ ਉਹਨਾਂ ਨੇ ਵਿੱਦਿਆ ਜਿਹੜੀ ਹਾਸਲ ਕੀਤੀ ਸੀ, ਪਹਿਲਾਂ ਮੁੱਢਲੀ ਵਿੱਦਿਆ ਬੇਟੇ ਆਪਣੇ ਇੱਥੇ ਹਾਈ ਸਕੂਲ ਦੇ ਵਿੱਚ ਹੀ ਮਲੌਦ ਜੀ ਰੋੜੀਆਂ ਪਿੰਡ ਦੇ ਜਿਹੜਾ ਉੱਥੇ ਤੋਂ ਸਟਾਰਟਿੰਗ ਚੱਲਿਆ ਜੀ ਉਹ ਜੀ ਉਸੇ ਸਕੂਲ 'ਚ ਬਸ ਪੜ੍ਹਦਾ ਰਿਹਾ। ਚਲੋ ਪੁੱਤ ਪਹਿਲਾਂ ਸਾਡੇ ਤੇ ਬਹੁਤ ਗਰੀਬੀ ਸੀ ਜੀ। ਮੈਂ ਇਸ ਬੱਚੇ ਨੂੰ ਸਮਝ ਦੋ ਮੇਰੇ ਬੱਚੇ ਨੇ ਜੀ, ਮੈਂ ਇੱਕ ਦਿਹਾੜੀ 50 ਰੁਪਏ ਦਿਹਾੜੀ ਕੀ ਚੀਜ਼ ਹੁੰਦੀ ਹੈ, ਮੈਂ ਉਹ 50 ਰੁਪਏ ਦਿਹਾੜੀ ਵੀ ਕੀਤੀ ਹੈ ਜੀ। ਅਸੀਂ ਇਹੋ ਜਿਹਾ ਟਾਈਮ ਵੀ ਦੇਖਿਆ, ਸਮਝ ਲਓ ਵੀ ਇੱਕ ਟਾਈਮ ਅਸੀਂ ਭੁੱਖੇ ਪੈਂਦੇ ਹੁੰਦੇ ਸੀ, ਇੱਕ ਟਾਈਮ ਅਸੀਂ ਰੋਟੀ ਖਾਂਦੇ ਹੁੰਦੇ ਸੀ। ਉਹ ਸਮਾਂ ਵੀ ਦੇਖਿਆ ਪੁੱਤ ਮੈਂ। ਔਰ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਫਿਰ ਗੱਡੀ ਲੈ ਲਈ ਜੀ। ਗੱਡੀ ਤੋਂ ਵੱਧਦਾ ਪੁੱਤ ਮੈਂ ਪੜ੍ਹਾਏ ਲਿਖਾਏ ਬੱਚੇ ਜੀ, ਪੜ੍ਹਾਏ ਲਿਖਾਏ ਤੇ ਫਿਰ ਮੈਂ ਫੌਜ 'ਚ ਕਰਾਇਆ ਜੀ। ਫੌਜ ਤੋਂ ਬਾਅਦ ਫਿਰ ਹੌਲੀ ਹੌਲੀ ਪੁੱਤ ਇਹ ਬੱਚਾ ਮੇਰਾ ਚਲੋ ਕੁਛ ਸਮਾਂ ਰਿਹਾ ਜੁੰਡ ਦੇ ਵਿੱਚ ਜੀ। ਤੇ ਰਾਮਗੜ੍ਹ ਰਾਂਚੀ ਇਹਨੇ ਟ੍ਰੇਨਿੰਗ ਲਈ ਜੀ। ਉਸ ਤੋਂ ਬਾਅਦ ਫਿਰ ਆ ਗਿਆ ਬਠਿੰਡੇ ਜੀ। ਚਲੋ ਬਠਿੰਡੇ ਤੋਂ ਬਾਅਦ ਫਿਰ ਇਹ ਚਲੇ ਗਿਆ ਆਰ 'ਚ ਜੀ। ਅੱਛਾ ਜੀ। ਆਰ 'ਚ ਫਿਰ ਇਹ ਭਾਣਾ ਸ਼ਹੀਦ ਹੋ ਗਿਆ ਮੁੰਡਾ ਮੇਰਾ। ਜਦੋਂ ਆਪਾਂ ਪਿੰਡ ਦੀ ਗੱਲ ਕਰ ਰਹੇ ਸੀ, ਇੱਥੇ ਕਿ ਸਾਰੀਆਂ ਜਿਹੜੀਆਂ ਜਮਾਤਾਂ ਨੇ ਉਹ ਪਿੰਡ ਦੇ ਸਕੂਲ ਤੋਂ ਹੀ ਇੱਥੋਂ ਹੀ ਹਾਸਲ ਕੀਤੀਆਂ ਸੀ ਪ੍ਰਾਪਤ? ਨਹੀਂ, ਪਹਿਲਾਂ ਇਹ ਪੜ੍ਹਿਆ ਜੀ ਭਾਟੀਆ ਸਕੂਲ ਦੇ ਵਿੱਚ ਜੀ।
ਥੋੜਾ ਸਮਾਂ ਪਹਿਲਾਂ ਭਾਟੀਆ ਸਕੂਲ ਦੇ ਵਿੱਚ ਪੜ੍ਹਿਆ ਜੀ ਉਸ ਤੋਂ ਬਾਅਦ ਫਿਰ ਇੱਥੇ ਆ ਗਿਆ ਹਾਈ ਸਕੂਲ ਦੇ ਵਿੱਚ ਜੀ ਫਿਰ 12ਵੀਂ ਪਾਸ ਇੱਥੇ ਕੀਤੀ ਕੀਤੀ ਹਾਂਜੀ ਜੀ 12ਵੀਂ ਪਾਸ ਕਰਕੇ ਫਿਰ ਉਸ ਤੋਂ ਬਾਅਦ ਜੀ ਇਹ ਫਿਰ ਸਿੱਧਾ ਫੌਜ ਚ ਭਰਤੀ ਹੋ ਗਏ। ਅੱਛਾ ਮਾਤਾ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿਹੜਾ ਜਿੱਦਾਂ ਮਾਂ ਨੂੰ ਆਪਣੇ ਪੁੱਤ ਦੀਆਂ ਸਾਰੀਆਂ ਗੱਲਾਂ ਦਾ, ਉਹਦੇ ਸੁਭਾਅ ਦਾ, ਉਹਦੇ ਰਹਿਣ ਸਹਿਣ ਦਾ ਬੜਾ ਚੰਗੀ ਤਰ੍ਹਾਂ ਨੇੜਿਓਂ ਪਤਾ ਹੁੰਦਾ, ਕਿਹੋ ਜਿਹਾ ਸੁਭਾਅ ਸੀਗਾ ਗੋਲਡੀ ਦਾ? ਜੀ ਬਹੁਤ ਜ਼ਿਆਦਾ ਵਧੀਆ ਸੀ ਉਸਦਾ, ਉਹਦੇ ਵਰਗਾ ਤਾਂ ਕੁਛ ਬਣਨਾ ਹੀ ਮੁਸ਼ਕਿਲ ਹੈ ਜੀ। ਜਦੋਂ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ ਗੋਲਡੀ, ਉਸ ਵਕਤ ਤੁਹਾਨੂੰ ਉੱਥੋਂ ਵੀ ਫੋਨ ਕਰਦਾ ਹੋਊਗਾ, ਕਿਹੋ ਜਿਹੀਆਂ ਗੱਲਾਂ ਕਰਦਾ ਹੁੰਦਾ ਸੀ ਤੁਹਾਨੂੰ? ਸਵੇਰੇ 6 ਵਜੇ ਨੂੰ ਫੋਨ ਕਰ ਦਿੰਦਾ ਹੁੰਦਾ ਸੀ, ਉਹਨੇ ਕਦੀ ਨਾਗਾ ਨਹੀਂ ਸੀ ਪਾਇਆ, ਉਹਨੇ ਫੋਨ ਕਰਨ ਤੋਂ ਕਦੀ ਵੀ। ਤੁਹਾਨੂੰ ਹਰ ਰੋਜ਼ ਸਵੇਰੇ 6 ਵਜੇ 6 ਵਜੇ ਬੇਟੇ ਮੈਂ ਤਾਰ ਕੱਢਦੀ ਵੀ ਫੋਨ ਵੀ ਆਪਣੇ ਕੋਲ ਰੱਖਦੀ ਹੁੰਦੀ ਸੀ। ਅੱਛਾ ਜੀ। ਵੀ ਗੋਲਡੀ ਦਾ ਫੋਨ ਆਊਗਾ ਜੀ। ਜੇ ਕਈ ਵਾਰ ਮੈਂ ਗੁਰਦੁਆਰਾ ਸਾਹਿਬ ਵੀ ਗਈ ਹੋਣਾ, ਉਹਨੇ ਫਿਰ ਦੁਬਾਰਾ ਕਰਨਾ, ਉਹਨੇ ਕਹਿਣਾ ਵੀ ਮੈਂ ਤਾਂ ਫੋਨ ਨਹੀਂ ਚੱਕਿਆ, ਕਿੱਥੇ ਸੀ? ਮੈਂ ਕਹਿਣਾ ਗੋਲਡੀ ਗੁਰਦੁਆਰਾ ਸਾਹਿਬ ਗਈ ਸੀ। ਅੱਛਾ ਜੀ। ਤੇ ਜਮਾ ਵੀ ਕਦੀ ਨਾਗਾ ਨਹੀਂ ਸੀ ਪਾਇਆ, ਬੇਟੇ ਕਹਿੰਦਾ ਸੀਗਾ ਠੀਕ ਠਾਕ ਬਸ, ਕੱਲੇ ਜੀ ਨੂੰ ਪੁੱਛਦਾ ਸੀ। ਅੱਛਾ ਜੀ। ਮਾਤਾ ਜੀ, ਨਿੱਕੇ ਹੁੰਦੇ ਦੀਆਂ ਵੀ ਯਾਦਾਂ ਹੋਣਗੀਆਂ ਗੋਲਡੀ ਦੀਆਂ? ਦੋਨੋਂ ਵੀਰ ਜਦੋਂ ਨਿੱਕੇ ਹੁੰਦੇ ਸਕੂਲ ਜਾਂਦੇ ਹੋਣਗੇ, ਤੁਸੀਂ ਉਹਨਾਂ ਦੇ ਕੇਸ ਗੁੰਦਦੇ ਹੋਵੋਗੇ, ਜੂੜੇ ਕਰਕੇ ਭੇਜਦੇ ਹੋਵੋਗੇ, ਮੈਂ ਫੋਟੋ ਵੇਖ ਰਿਹਾ ਸੀ, ਦੋਨੇ ਛੋਟੇ ਜਦੋਂ ਪੜ੍ਹਦੇ ਸੀਗੇ, ਉਹ ਕੋਈ ਦਿਨਾਂ ਦੀਆਂ ਯਾਦਾਂ ਤੁਹਾਨੂੰ ਹਾਲੇ ਵੀ ਚੇਤੇ ਹੋਣੇ? ਹੈਗੀਆਂ ਨੇ ਬੇਟੇ, ਸਾਰੀਆਂ ਹੀ ਨੇਗੇ ਵੀ ਐਂ ਲੜਦਾ ਨਹੀਂ ਸੀ ਹੁੰਦਾ, ਵੀ ਜਾਣੀ ਛੋਟਾ ਤਾਂ ਹਜੇ ਸ਼ਰਾਰਤੀ ਸੀ, ਪਰ ਇਹ ਸ਼ਰਾਰਤੀ ਵੀ ਹੈ ਨਹੀਂ ਸੀਗਾ, ਸਾਊ ਬਹੁਤ ਸੀਗਾ ਜੀ। ਛੋਟਾ ਇਹ ਗਾਲਾਂ ਪਵਾਉਂਦਾ ਸੀ ਇਹਦੇ, ਪਰ ਇਹ ਬੋਲ ਕੇ ਨਹੀਂ ਸੀ ਕਹਿੰਦਾ ਬੇਟੇ ਕੋਈ ਵੀ ਗੱਲ। ਅੱਛਾ। ਜਦੋਂ ਫੌਜ 'ਚ ਭਰਤੀ ਹੋ ਗਿਆ ਸੀ, ਉਸ ਤੋਂ ਬਾਅਦ ਘਰ ਦੇ ਵਿੱਚ ਕਿੰਨੀ ਕੁ ਤਬਦੀਲੀ ਆ ਗਈ ਸੀ ਉਹਦੇ ਫੌਜ ਦੇ ਵਿੱਚ ਜਾਣ ਨਾਲ? ਜਿਸ ਤਰ੍ਹਾਂ ਅੰਕਲ ਜੀ ਦੱਸ ਰਹੇ ਆ ਕਿ ਬੜੀ ਕਰੀਬੀ ਸੀ ਪਹਿਲਾਂ। ਬਹੁਤ ਜ਼ਿਆਦਾ ਬੇਟੇ, ਫਿਰ ਉਹਦੇ ਆਉਣ ਤੇ ਚੱਲ ਫੌਜ 'ਚ ਐਂ ਹੋ ਗਿਆ ਸੀ ਵੀ ਚੱਲ ਸਾਨੂੰ ਹੌਸਲਾ ਜਿਹਾ ਹੋ ਗਿਆ ਸੀ। ਜੀ। ਦੁੱਖ ਬਹੁਤ ਦੇਖੇ ਬੇਟੇ, ਬਹੁਤ ਔਖਾ ਕੱਟ ਕੇ ਗਿਆ ਸੀ ਉਹ, ਬਹੁਤ ਜ਼ਿਆਦਾ ਔਖਾ। ਜਿਸ ਦਿਨ ਅੰਕਲ ਜੀ ਗੋਲਡੀ ਸ਼ਹੀਦ ਹੁੰਦਾ, ਉਸ ਟਾਈਮ ਉਹਨਾਂ ਦੀ ਉਮਰ ਕੁੱਲ ਕਿੰਨੀ ਸੀਗੀ? 26ਵਾਂ ਸਾਲ ਗਿਆ। 26ਵੇਂ ਸਾਲ ਦੇ ਵਿੱਚ ਸ਼ਹੀਦ ਹੋ ਗਏ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਕੁਪਵਾੜਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਹੜਾ ਉਹ ਕੁਪਵਾੜਾ ਦੀ ਜਗ੍ਹਾ ਤੇ ਉਹ ਇੱਕ ਮੁੱਠਭੇੜ ਦੇ ਵਿੱਚ ਉੱਥੇ ਜਿਹੜਾ ਉਹਨਾਂ ਦਾ ਦੇਸ਼ ਲਈ ਉਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ। ਅੰਕਲ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਜ਼ਿੰਦਗੀ ਦੇ ਵਿੱਚ, ਕਦੇ ਵੀ ਆਪਾਂ ਮਾਪੇ ਸੋਚਦੇ ਨੇ ਕਿ ਬੱਚਾ ਮੇਰਾ ਜਿਹੜਾ ਪੜ੍ਹੇ ਲਿਖੇ, ਉਸ ਤੋਂ ਬਾਅਦ ਕਿਸੇ ਨੌਕਰੀ ਤੇ ਜਾਵੇ, ਫਿਰ ਉਹ ਕਾਮਯਾਬ ਹੋਵੇ, ਤੇ ਉਹਦੇ ਨਾਲ ਮਾਪਿਆਂ ਨੂੰ ਬੜਾ ਸਹਾਰਾ ਹੁੰਦਾ। ਬਹੁਤ ਸਾਰਾ ਹੁੰਦਾ। ਤੇ ਜਿਵੇਂ ਮੈਂ ਮਾਤਾ ਜੀ ਉਹਨਾਂ ਨੂੰ ਵੀ ਉਹੀ ਗੱਲ ਪੁੱਛੀ, ਜਿਵੇਂ ਤੁਸੀਂ ਦੱਸਦੇ ਕਿ ਬੜਾ ਸੰਘਰਸ਼ ਕੀਤਾ, ਤੇ ਗੋਲਡੀ ਨੇ ਤੁਹਾਡਾ ਮੋਢਾ ਥਾਪੜਤਾ ਸੀ ਕਿ ਡੈਡੀ ਹੁਣ ਨਹੀਂ ਹੌਸਲਾ ਹਾਰਨਾ, ਹੁਣ ਖੜੇ ਆ? ਇੰਨੀ ਹਲਾਸੇਰੀ ਸੀ ਜਦੋਂ ਵੀ ਆਉਂਦਾ ਸੀ ਮੇਰਾ ਬੇਟਾ ਜੀ। ਸਮਝ ਲਓ, ਜਦੋਂ ਉਹਨੇ ਸੁੱਤੇ ਨੂੰ ਮੈਂ ਦੇਖਣਾ, ਉਹਨੂੰ ਸੁੱਤੇ ਪਏ ਨੇ ਉੱਠਣਾ ਜੀ। ਮੇਰੇ ਉਹਨੇ ਅੱਖਾਂ ਦੇ ਜਾਨੀ ਗੋਡੀ ਹੱਥ ਲਾਉਣੇ, ਮੈਨੂੰ ਕਹਿਣਾ ਸਤਿ ਸ਼੍ਰੀ ਅਕਾਲ ਪਿਤਾ ਜੀ ਜੀ। ਔਰ ਉਸ ਤੋਂ ਬਾਅਦ ਕਦੇ ਮੈਨੂੰ ਅੱਜ ਤੱਕ ਉਹਨੇ ਫਟਕਾਰ ਕੇ ਨਹੀਂ ਸੀ ਬੋਲਿਆ। ਇੰਨਾ ਲਾਇਕ, ਮੈਂ ਕਹਿੰਦਾ ਘਰ ਘਰ ਬੱਚਾ ਜੰਮਿਆ ਜੀ। ਔਰ ਇਸ ਤੋਂ ਜਾਨੀ ਇੰਨਾ ਬੱਚਾ ਮੇਰਾ ਲਾਇਕ ਸੀ ਔਰ ਸਾਊ ਸੀ। ਇੱਥੋਂ ਗੁਰਦੁਆਰੇ ਜਾਣਾ, ਸਾਡੇ ਇੱਧਰ ਬੇਬੇ ਜੀ ਬੈਠੀ ਹੈ ਪਿੱਛੇ, ਜੀ ਮਾਤਾ ਜੀ ਬੈਠੇ, ਮਾਤਾ ਜੀ ਨੂੰ, ਔਰ ਸਾਰੇ ਜਿੰਨੇ ਵੀ ਬਜ਼ੁਰਗ ਸੀ, ਕੋਈ ਇਹ ਛੋਟਾ ਮਿਲਣਾ, ਇਹਨਾਂ ਨੂੰ ਬੱਚਿਆਂ ਨੂੰ ਮਿਲਣਾ, ਤਾਂ ਇਹਨਾਂ ਨੂੰ ਕਦੇ ਟੌਫੀਆਂ ਲਿਆ ਕੇ ਦੇਣੀਆਂ, ਕਦੇ ਚੌਕਲੇਟ ਲਿਆ ਕੇ ਦੇਣੀ, ਇਹਨਾਂ ਨਾਲ ਪਿਆਰ ਕਰਨਾ, ਔਰ ਆਪ ਤੋਂ ਵੱਡਿਆਂ ਦੇ ਗੋਡੀ ਹੱਥ ਲਾਉਣਾ। ਤੇ ਮੈਨੂੰ ਐਂ ਕਹਿੰਦੇ, ਡੈਡੀ ਤੂੰ ਚਿੰਤਾ ਨਾ ਕਰ, ਫਿਕਰ ਨਾ ਕਰ, ਮੈਂ ਆਪੇ ਸੰਭਾਲੂੰਗਾ, ਚਿੰਤਾ ਨਾ ਕਰ, ਤੂੰ ਹੁਣ ਜ਼ਿਆਦਾ ਕੰਮ ਨਾ ਕਰੇ ਕਰ, ਫਿਕਰ ਨਾ ਕਰ। ਮੈਂ ਕਿਹਾ ਕੋਈ ਨਾ ਪੁੱਤ, ਜਿੰਨਾ ਚਿਰ ਮੇਰੇ ਚੱਲਦੇ ਨੇ ਨੈਣ ਭਰਾ ਮੈਂ ਕਰਦਾ। ਚਲੋ, ਮੈਂ ਗੱਡੀ ਮੇਰੀ ਲਈ ਹੋਈ ਸੀ, ਮੈਂ ਗੱਡੀ ਚਲਾਉਂਦਾ ਸੀ, ਵਧੀਆ ਪੈਸੇ ਕਮਾਉਂਦਾ ਸੀ ਪੁੱਤ, ਆਪਣਾ ਗੁਜ਼ਾਰਾ ਵਧੀਆ ਕਰਦਾ ਸੀ। ਚਲੋ, ਮੇਰੇ ਇਸ ਗੱਡੀ ਦਾ ਬੜਾ ਸਹਿਯੋਗ ਦਿੱਤਾ ਗੱਡੀ ਨੇ ਮੈਨੂੰ, ਤੇ ਬਹੁਤ ਫਿਰ ਘਰ-ਬਾਰ ਪਾਇਆ, ਮੈਂ ਸਾਰਾ ਕਾਰੋਬਾਰ ਜਾਣੀ ਜੀ ਇਸ ਗੱਡੀ ਤੋਂ ਹੀ ਕੀਤਾ ਜੀ। ਬੱਚਾ ਜਦੋਂ ਤੋਂ ਬਸ, ਜਦੋਂ ਬੱਚਾ ਮੇਰਾ ਸ਼ਹੀਦ ਹੋ ਗਿਆ, ਉਦੋਂ ਬਾਅਦ ਤਾਂ ਅਸੀਂ ਜੰਮਾ ਹੀ ਖਤਮ ਹੋ ਗਏ। 4/10/2015 ਨੂੰ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਸ਼ਹੀਦੀ ਜਾਮ ਪੀਂਦੇ ਨੇ। ਜਦੋਂ ਤੁਹਾਨੂੰ ਪਹਿਲੀ ਵਾਰੀ ਇਹ ਖਬਰ ਮਿਲਦੀ ਆ, ਜਦੋਂ ਖਬਰ ਮਿਲਦੀ ਹੈ, ਉਹ ਕਿਵੇਂ ਦਾ ਮਾਹੌਲ ਸੀ? ਤੁਸੀਂ ਕਿੱਥੇ ਸੀਗੇ ਉਦੋਂ? ਇੱਥੇ ਇਸੇ ਜਗ੍ਹਾ ਤੇ ਜਿੱਥੇ ਮੈਂ ਬੈਠਾ ਬੇਟੇ, ਇੱਥੇ ਮੈਂ ਖੜਾ ਸੀ, ਡੰਗਰਾਂ ਨੂੰ ਸੰਨੀ ਕਰ ਰਿਹਾ ਸੀ ਜੀ। ਇੱਥੇ ਸਾਹਮਣੇ ਉਹ ਖੋਲੀ ਹੈ, ਖੋਲੀ ਦੇ ਵਿੱਚ ਮੈਂ ਸੰਨੀ ਕਰਕੇ, ਤੇ ਮੈਂ ਤਗਾਰ ਦੇ ਵਿੱਚ ਮੇਰਾ ਦਾਣਾ ਸੀ, ਮੇਰਾ ਬੱਠਲ ਫੜਿਆ ਹੋਇਆ ਜੀ। 3 ਨੌਜਵਾਨ ਫੌਜੀ ਆਏ ਜੀ, ਉਹ ਆਏ ਮੁੰਡੇ ਸਿਵਲ ਵਰਦੀ ਚ ਆਏ। ਅੱਛਾ ਜੀ। ਉਹਦੇ ਯਾਰ ਦੋਸਤ ਸੀ, ਕਹਿੰਦੇ ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ ਜੀ। ਮੈਂ ਬੈਠੋ ਪੁੱਤ, ਪਾਣੀ ਪੀ ਲਓ। ਨਹੀਂ ਅੰਕਲ, ਪਾਣੀ ਨਹੀਂ ਪੀਣਾ ਜੀ। ਬੈਠੋ, ਚਾਹ ਪੀ ਲਓ ਬੇਟੇ। ਕਹਿੰਦੇ ਨਹੀਂ ਅੰਕਲ, ਚਾਹ ਨਹੀਂ ਪੀਣੀ। ਓਕੇ। ਹੋਰ ਬੇਟੇ ਕੀ ਸੇਵਾ ਕਰਾਂ? ਕੁਛ ਨਹੀਂ ਬੇਟਾ। ਮੈਂ ਕੀ ਗੱਲ ਆ ਪੁੱਤ? ਇੱਕ ਦੂਜੇ ਦੇ ਮੂੰਹ ਕਿ ਨਹੀਂ ਦੇਖੀ ਜਾਣਾ,
ਦੱਸਣ ਕੁਛ ਨਾ, ਵੀ ਕਹੀਏ ਕੀ ਕਹੀਏ ਕੀ। ਮਹਾਂ ਪਿੱਤ ਬਿਲਕੁਲ ਮਾਤਾ ਜੀ, ਮੈਨੂੰ ਇੰਨਾ ਕੁ ਦੱਸੋ, ਜਿਹੜੀ ਗੱਲ ਹੋਣੀ ਆ ਪ੍ਰਮਾਤਮਾ ਦੀ ਠੀਕ ਆ ਹੋ ਜਾਣੀ ਆ। ਮੈਨੂੰ ਖੁੱਲ ਕੇ ਗੱਲ ਦੱਸੋ ਤੁਸੀਂ ਕੀ ਹੈ। ਜੀ ਦਾਣੇ ਦਾ ਤਗਾਰ ਭਰਿਆ ਹੋਇਆ ਸੀ ਮੇਰਾ, ਜਦੋਂ ਉਹਨੇ ਦੱਸਿਆ ਬਾ ਫਿਰ ਤਾਂ ਮੇਰੀ ਧਾਂ ਨਿਕਲ ਗਿਆ ਪੁੱਤ, ਮੇਰਾ ਦਾਣਾ ਉੱਥੇ ਜੀ। ਫਿਰ ਸਾਡੀਆਂ ਰਾਤਾਂ, ਉਹ ਮੈਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਵੀ ਉਹ ਸਾਡਾ ਬਖਤ ਜੀ ਨਾ ਕਿਸੇ ਨਾ ਕਿਸੇ ਦਾ ਆਵੇ, ਵੀ ਸਾਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਵੀ ਉਹ ਵਕਤ ਸਾਡੇ ਤੇ ਕੀ ਬੀਤਦੀ ਸੀ। ਠੀਕ ਹੈ, ਇੱਕ ਬੱਚੇ ਦਾ ਸਾਨੂੰ ਫਕਰ ਵੀ ਬਹੁਤ ਹੈ। ਔਰ ਕਹਿੰਦੇ ਹੁੰਦੇ ਨੇ ਮਾਪੇ ਨੂੰ ਬੱਚਾ ਨਾਲ ਦੀ ਸੱਜੀ ਬਾਂਹ ਹੁੰਦੀ ਹੈ, ਬਿਲਕੁਲ ਚਲਿਆ ਜਾਵੇ ਦੁੱਖ ਵੀ ਬਹੁਤ। ਜੀ ਦੋਸਤੋ, ਅਸੀਂ ਜਦੋਂ ਕੋਈ ਨੌਜਵਾਨ ਦੇਸ਼ ਲਈ ਸ਼ਹੀਦ ਹੁੰਦਾ ਸੀ, ਆਮ ਹੀ ਗੱਲ ਕਰਦੇ ਹੁੰਦੇ ਆ ਕਿ ਸਾਨੂੰ ਮਾਣ ਹੈ, ਸਾਨੂੰ ਇਸ ਗੱਲ ਦਾ ਗਰਵ ਹੈ, ਉਹ ਸਾਡੇ ਲਈ, ਸਾਡੇ ਦੇਸ਼ ਲਈ ਸ਼ਹੀਦ ਹੋਇਆ। ਪਰ ਜਿਹੜਾ ਉਸ ਦਾ ਇੱਕ ਅਗਲਾ ਪੱਖ ਵੀ ਹੁੰਦਾ ਹੈ, ਉਹ ਹੁੰਦਾ ਮਾਪਿਆਂ ਦਾ ਸਹਾਰਾ। ਮਾਪਿਆਂ ਦਾ ਜਿਹੜਾ ਜਵਾਨ ਪੁੱਤ ਜਦੋਂ ਤੁਰ ਜਾਂਦਾ ਹੈ, ਬੇਸ਼ੱਕ ਉਹ ਸਾਡੇ ਲਈ ਸਦਾ ਫਖਰ ਵਾਲੀ ਗੱਲ ਰਹਿੰਦੀ ਹੈ, ਪਰ ਜਿਹੜਾ ਮਾਪਿਆਂ ਦਾ ਹਰ ਦਿਨ, ਹਰ ਰਾਤ, ਹਰ ਸਵੇਰ, ਹਰ ਸ਼ਾਮ ਜਿਹੜੀ ਉਹ ਬੀਤਦੀ ਹੈ ਇੱਕ ਜਵਾਨ ਪੁੱਤ ਤੋਂ ਬਿਨਾਂ, ਉਹਦੇ ਕਿੱਥੇ ਤਾਂ ਮਾਪਿਆਂ ਨੇ ਸੋਚਣਾ ਹੁੰਦਾ ਕਿ ਅੱਜ ਆਇਆ, ਕੱਲ੍ਹ ਆਇਆ, ਜਾਂ ਸ਼ਾਮ ਸਵੇਰੇ ਆਊਗਾ, ਬੁਲਾਊਗਾ, ਗੱਲਾਂ ਕਰਾਂਗੇ। ਪਰ ਜਦੋਂ ਸੋਚਦਾ ਕਿ ਕਦੇ ਵੀ ਨਹੀਂ ਆਉਣਾ, ਤਾਂ ਇੱਕ ਬਹੁਤ ਵੱਡਾ ਜ਼ਿੰਦਗੀ ਦੇ ਵਿੱਚ ਖਲਾਅ ਪੈਦਾ ਹੋ ਜਾਂਦਾ। ਗੋਲਡੀ ਦਾ ਬੇਸ਼ੱਕ ਜਾਣਾ ਅੰਕਲ ਜੀ ਸਾਡੇ ਪੂਰੇ ਸਮਾਜ ਲਈ ਇੱਕ ਬਹੁਤ ਵੱਡਾ ਕੱਟ ਹੈ। ਉਸ ਸਮੇਂ ਜਦੋਂ ਉਹਨਾਂ ਨੂੰ ਇੱਥੇ ਲੈ ਕੇ ਆਏ, ਮੈਂ ਚਾਹੂੰਗਾ ਵੀ ਥੋੜ੍ਹਾ ਜਿਹਾ ਉਹ ਵੀ ਤੁਸੀਂ ਦੱਸੋ, ਜਦੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਸੀ ਪਿੰਡ ਦੇ ਵਿੱਚ। ਅਸੀਂ ਜੀ ਲੁਧਿਆਣੇ ਜਦੋਂ ਸਮਾਚਾਰ ਮਿਲਿਆ ਮੈਨੂੰ, ਦੂਸਰੇ ਦਿਨ ਸਮਝ ਲਓ ਰਾਤ ਸਾਡੀ ਬੈਠਿਆਂ ਦੀ ਨਿਕਲ ਗਈ ਜੀ। ਦੂਸਰੇ ਦਿਨ ਲੁਧਿਆਣੇ ਉਹ ਹੈਲੀਕਾਪਟਰ 'ਤੇ ਆਇਆ ਜੀ। ਅਸੀਂ ਇੱਥੋਂ ਫਿਰ ਚਲੇ ਗਏ 4-5 ਬੰਦੇ, ਤਾਏ ਚਾਚੇ ਮੇਰੇ ਮੁੰਡੇ ਨਾਲ ਸੀ ਭਰਾ। ਅਸੀਂ ਜਾ ਕੇ ਲੁਧਿਆਣੇ ਚਲੇ ਗਏ ਜੀ। ਜਾ ਕੇ ਸਮਝ ਲਓ ਢੋਲੇ ਵਾਲੇ ਚੌਂਕ ਸੌਣੀ ਆ ਜੀ। ਉਹ ਸੌਣੀ ਦੇ ਵਿੱਚ ਜਾ ਕੇ ਅਸੀਂ ਜਦੋਂ ਸਾਨੂੰ ਅੰਦਰ ਕਢਾਤਾ, ਕਹਿੰਦੇ ਆ ਰਹੇ ਨਹੀਂ ਜੀ। ਉੱਥੇ ਘੰਟਾ, 1.5 ਘੰਟਾ, 2 ਘੰਟੇ ਰੁਕ ਗਏ ਜੀ। ਹੈਲੀਕਾਪਟਰ 'ਤੇ ਆਇਆ, ਜਿਸ ਟਾਈਮ ਆਇਆ ਮੈਂ ਇੱਕਦਮ ਬੱਚਾ ਜਦੋਂ ਲਾਉਣ ਲੱਗੇ ਮੈਂ ਇੱਕਦਮ ਭੱਜ ਕੇ ਗਿਆ ਜੀ। ਮੈਨੂੰ ਨਹੀਂ ਜਾਣ ਦਿੱਤਾ, ਫੌਜੀਆਂ ਨੇ ਚੱਕ ਲਿਆ। ਚਲੋ ਖੈਰ, ਆਪਣਾ ਬੱਚਾ ਕਹਿੰਦੇ ਖੂਨ ਹੁੰਦਾ ਆਪਣਾ ਜੀ, ਨਹੀਂ ਮਾਪੇ ਤੋਂ ਜਰਿਆ ਜਾਂਦਾ ਜੀ ਉਸ ਸਮੇਂ। ਬਿਲਕੁਲ। ਔਰ ਚਲੋ ਮੈਨੂੰ ਫੌਜੀਆਂ ਨੇ ਇੱਕ ਥਾਂ ਸਾਈਡ 'ਤੇ ਕਢਾਤਾ। ਉਹਨਾਂ ਨੇ ਆਪਦੀ ਰਸਮ ਕੀਤੀ ਜੋ ਕਰਨੀ ਸੀ, ਆਪਦੀ ਪਰੇਡ ਪਰੂਡ ਕਰਕੇ ਆਪਦੀ। ਉਸ ਤੋਂ ਬਾਅਦ ਚਲੋ ਗੱਡੀਆਂ ਦੇ ਵਿੱਚ ਆਪਦਾ ਲਿਆਂਦਾ ਜੀ। ਫਿਰ ਉਸ ਤੋਂ ਚੱਲ ਪਈ ਉਹਨਾਂ ਦਾ ਲਾਰਾ, ਫੌਜੀਆਂ ਦਾ ਪੂਰਾ ਚੱਲ ਪਿਆ ਜੀ। ਉਹਨਾਂ ਨੇ ਬੈਂਡ ਬਾਜੇ, ਹੋਰ ਬਹੁਤ ਇੱਥੇ ਪਬਲਿਕ ਇੰਨੀ ਕੁ ਹੋ ਗਈ ਸੀ ਜ਼ਿਆਦਾ ਵੀ ਜੋ ਬੱਚੇ ਨੂੰ ਸਮਝ ਲਓ ਤੁਸੀਂ ਵੀ ਉਹਨਾਂ ਨੂੰ ਬੈਂਡ ਬਾਜਾ ਵੀ ਨਹੀਂ ਵਜਾਉਣ ਦਿੱਤਾ ਫੌਜੀਆਂ ਨੂੰ। ਜਿਹੜੀਆਂ ਉਹਨਾਂ ਨੇ ਰਸਨਾ ਕਰਨੀਆਂ ਸੀ ਉਹ ਵੀ ਨਹੀਂ ਕਰਨ ਦਿੱਤੀਆਂ। ਇੰਨਾ ਜ਼ਿਆਦਾ ਇਕੱਠ ਸੀ ਲੋਕਾਂ ਦਾ, ਜ਼ਿਆਦਾ ਇਕੱਠ ਸੀ ਜੀ। ਔਰ ਸਾਨੂੰ ਵੀ ਚੱਕ ਕੇ ਜੀ ਬਾਹਰ ਮਾਰ ਦਿੱਤੀ। ਔਰ ਇੰਨੀ ਕੁ ਪਬਲਿਕ ਦੁਨੀਆ ਆਈ ਕੋਈ ਅੰਤ ਜੀ। ਚਲੋ ਖੈਰ ਜੀ, ਮੜੀਆਂ ਦੇ ਵਿੱਚ ਚਲੋ ਇੱਥੋਂ ਆਇਆ ਬੱਚਾ। ਕੁਛ ਸਮਾਂ ਇੱਥੇ 1 ਘੰਟਾ, ਅੱਧਾ ਘੰਟਾ ਬੀਤਿਆ ਜੀ। ਉਸ ਤੋਂ ਬਾਅਦ ਫੌਜੀ ਮੈਨੂੰ ਕਹਿੰਦੇ ਤੁਸੀਂ ਇਹ ਤਾਂ ਬੁੜੀਆਂ ਤਾਂ ਨਹੀਂ ਜਾਣ ਦਿੰਦੀਆਂ ਤੀਆਂ ਜੀ। ਫਿਰ ਉਹਨਾਂ ਨੇ ਮੈਨੂੰ ਕਿ ਸਮਝਾਇਆ, ਕਹਿੰਦੇ ਸਾਡਾ ਵੀ ਸਮਾਂ ਹੋ ਰਿਹਾ ਜੀ, ਵੀ ਅਸੀਂ ਵੀ ਜਾਣਾ, ਤੁਸੀਂ ਥੋੜ੍ਹਾ ਜਿਹਾ ਖੇਚਲ ਕਰੋ ਵੀ ਹੁਣ ਚੱਲੀਏ ਜੀ। ਚਲੋ ਮੈਂ ਕਿਹਾ ਠੀਕ ਹੈ ਜੀ, ਲੈ ਚਲੋ ਭਾਈ ਜੀ। ਹੋਰ ਕੀ ਕਹਿਣਾ ਮਾਪੇ ਨੇ ਜੀ। ਚਲੋ ਚਲੇ ਗਏ ਜੀ। ਉੱਥੇ ਮੜੀਆਂ 'ਚ ਗਿਆ, ਉੱਥੇ ਵੀ ਖੜ੍ਹਨ ਨੂੰ ਜਗ੍ਹਾ ਨਹੀਂ ਸੀ ਜੀ। ਚਲੋ ਉੱਥੇ ਉਹਨਾਂ ਨੇ ਆਪਦੀਆਂ ਰਸਮਾਂ ਪੂਰੀਆਂ ਕੀਤੀਆਂ ਜੀ ਜੋ ਕਰਨਾ ਸੀ। ਉੱਥੇ ਚਲੋ ਆਪਦਾ ਦਾਗ ਲਿਆਇਆ। ਫਿਰ ਜੀ ਉਸ ਤੋਂ ਬਾਅਦ ਹੁਣ 5ਵੀਂ ਵਾਸੀ ਹੈ ਜੀ ਬੱਚੇ ਦੀ ਜੀ। ਸਮਝ ਲਓ ਇੰਨਾ ਕੁ ਦੁੱਖ ਆ। ਜਦੋਂ ਬਰਸੀ ਮਨਾਉਂਦੇ ਤਾਂ ਹੈਗੇ ਆ ਅਸੀਂ ਵੀ, ਠੀਕ ਆ, ਸ਼ਹੀਦ ਪੁੱਤਰ ਦੀ ਬਰਸੀ ਮਨਾਉਂਦੇ, ਪਰ ਸਾਡਾ ਮਨ ਇੰਨਾ ਕੁ ਦੁਖੀ ਹੁੰਦਾ ਵੀ ਅੱਜ ਕਹਿੰਦੇ ਆ ਵੀ ਅੱਜ ਮੈਂ ਕਿੱਥੇ ਆਪਦੇ ਬੱਚੇ ਨੂੰ, ਅੱਜ ਮੈਂ ਪੋਤੇ ਵਾਲਾ ਹੁੰਦਾ ਜੀ, ਨਾਲ ਹੋਣਾ ਸੀ। ਬਿਲਕੁਲ। ਮਾਤਾ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿਵੇਂ ਆਪਾਂ ਵੇਖ ਰਹੇ ਸੀ ਅੱਜ, ਤੁਹਾਨੂੰ ਇਹ ਸਾਨੂੰ ਪਤਾ ਵੀ ਲੱਗਿਆ ਕਿ ਤੁਸੀਂ ਰੋਜ਼ ਸਵੇਰੇ ਜਾ ਕੇ ਉੱਥੇ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੀ ਜਿਹੜੇ ਉਹ ਆਦਮਕਦ ਬੁੱਤ ਲੱਗਿਆ ਵਾ, ਉੱਥੇ ਤੁਸੀਂ ਜਾ ਕੇ ਸਾਫ਼ ਸਫਾਈ ਕਰਦੇ ਹੋ, ਪਿਆਰ ਦੇ ਕੇ ਆਉਂਦੇ ਹੋ। ਉਹ ਕਿਵੇਂ ਆ ਰਸਮ, ਤੁਸੀਂ ਕਦੋਂ ਤੋਂ ਕਰ ਰਹੇ ਹੋ? ਬੇਟੇ ਜਦ ਤੋਂ ਆ ਗਿਆ, ਜਦ ਤੋਂ ਉੱਥੇ ਖੜਾ, ਜਦ ਤੋਂ ਵੀ 1 ਦਿਨ ਵੀ ਨਾਗਾ ਨਹੀਂ ਪਾਇਆ ਹੈਗਾ। ਜੇ ਕਿਤੇ ਗਏ ਹੋ ਵੀ ਮਜਬੂਰੀ ਹੋ ਤਾਂ ਬੇਸ਼ੱਕ ਜੀ। ਪਹਿਲੀ ਗੱਲ ਤਾਂ ਅਸੀਂ ਕਿਤੇ ਰਾਤ ਰਹਿੰਦੇ ਹੀ ਨਹੀਂ ਜੀ। ਸਵੇਰੇ ਜਦ ਵੀ ਅੱਖ ਖੁੱਲ੍ਹ ਜਾਂਦੀ ਐ ਹੋ ਜਾਂਦਾ ਵੀ ਕਹਿੰਦਾ ਹੋਊਗਾ ਵੀ ਮੇਰੀ ਮਾਂ ਹੁਣ ਤੱਕ ਨਹੀਂ ਆਈ ਹੈਗੀ, ਵੀ ਮੈਨੂੰ ਉਡੀਕਦੀ ਹੋਊਗੀ। ਸਵੇਰੇ ਉੱਠਣ ਸਾਰ ਜਦ ਹੀ ਜਾਣਾ, ਪਹਿਲਾਂ ਉੱਥੇ ਨਹਾ ਕੇ ਗੋਲਡੀ ਕੋਲ ਜਾਣਾ, ਵੀ ਗੋਲਡੀ ਕਹੂਗਾ ਮੇਰੀ ਮਾਂ। ਮੈਨੂੰ ਉੱਥੇ ਐਂ ਹੁੰਦਾ ਜਾਂ ਮੈਂ ਘਰੋਂ ਤੁਰਦੀ ਹਾਂ ਵੀ ਮੇਰੀ ਜਾਂਦੀ ਨੂੰ ਬੋਲਦਾ ਹੋਊਗਾ ਵੀ ਕਹਿੰਦਾ ਉਹ ਮੇਰੀ ਮਾਂ ਮੈਨੂੰ ਜਿੰਦਾ ਲਾ ਕੇ ਚਲੀ।
ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਇੱਕ ਮਾਂ ਹੈ ਜਿਹੜੀ ਉਹ ਅੱਜ ਵੀ ਆਪਣੇ ਸ਼ਹੀਦ ਹੋਏ ਪੁੱਤ ਨੂੰ ਜਿਹੜਾ ਸਵੇਰ ਉੱਠਦੀ ਹੈ, ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਪੁੱਤ ਨੂੰ ਜਾ ਕੇ ਇਸ਼ਨਾਨ ਕਰਵਾਉਂਦੀ ਹੈ ਉਸ ਸ਼ਹੀਦ ਦੇ ਜੋ ਬੁੱਤ ਲੱਗਿਆ ਹੋਇਆ ਪਿੰਡ ਦੇ ਬਾਹਰ ਸਕੂਲ ਦੇ ਕੋਲ, ਜਿੱਥੇ ਦੀ ਅਸੀਂ ਤੁਹਾਨੂੰ ਝਲਕੀ ਵਿਖਾ ਰਹੇ ਹਾਂ। ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਪਿਆਰ ਵੇਖੋ, ਕੋਈ ਵੀ ਦਿਨ ਜਿਹੜਾ ਉਹ ਮਾਂ ਮਿਸ ਨਹੀਂ ਕਰਦੀ ਤੇ ਅੱਜ ਵੀ ਸੋਚਦੀ ਆ, ਉਹ ਖਾਲੀ ਨਹੀਂ ਛੱਡਦੀ ਉਸ ਦਿਨ ਨੂੰ ਕਿ ਮੇਰਾ ਪੁੱਤ ਹੈ ਜਿਹੜਾ ਮੈਨੂੰ ਉਡੀਕ ਰਿਹਾ ਹੈਗਾ। ਅੰਕਲ ਜੀ, ਜਿਹੜੀ ਦੂਸਰੀ ਗੱਲ ਹੈ ਉਹ ਤੁਸੀਂ ਜਦੋਂ ਵੀ ਖਾਣਾ ਖਾਂਦੇ ਹੋ, ਪ੍ਰਸ਼ਾਦਾ ਛਕਦੇ ਹੋ, ਉਸ ਤੋਂ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਭੋਗ ਲਵਾਉਂਦੇ ਹੋ, ਗੋਲਡੀ ਨੂੰ ਛਕਾਇਆ ਜਾਂਦਾ, ਉਹ ਥੋੜਾ ਦੱਸੋ ਕਿਵੇਂ ਕਰਦੇ? ਮੈਂ ਜੀ ਪਹਿਲਾਂ ਤਾਂ 10 ਗੁਰੂਆਂ ਨੂੰ ਭੋਗ ਲਵਾਉਣਾ ਜੀ, ਉਸ ਤੋਂ ਬਾਅਦ ਆਪਣੇ ਬੱਚੇ ਨੂੰ ਭੋਗ ਲਵਾਉਣਾ ਜੀ। ਭੋਗ ਲਵਾ ਕੇ ਫਿਰ ਅਸੀਂ ਆਪਦਾ ਚਾਹ ਪਾਣੀ ਪ੍ਰਸਾਦਾ ਛਕਣਾ ਜੀ। ਪਹਿਲਾਂ ਤਾਂ ਸਵੇਰੇ ਇਹਦੀ ਮਾਂ ਨੇ ਜੋ ਚਾਹ ਬਣਾਉਣੀ ਹੈ ਜੀ, ਉਹਨੂੰ ਭੋਗ ਲਵਾਉਣਾ ਜੀ ਉਸ ਚਾਹ ਦਾ। ਉਸ ਤੋਂ ਬਾਅਦ ਫਿਰ ਜਦੋਂ ਇਹਨੇ ਪ੍ਰਸਾਦਾ ਸਵੇਰੇ ਬਣਾ ਦੇਣਾ ਜੀ, ਫਿਰ ਮੈਂ ਜੀ ਬੱਚੇ ਨੇ ਕਹਿਣਾ ਜਾ ਕੇ ਭੋਗ ਲਵਾ, ਫਿਰ ਮੈਂ ਭੋਗ ਲਵਾ ਕੇ ਆਉਣਾ ਜੀ। 10 ਗੁਰੂਆਂ ਨੂੰ ਲਵਾਉਣਾ, ਫਿਰ ਉਸ ਤੋਂ ਬਾਅਦ ਆਪਣੇ ਬੱਚੇ ਨੂੰ ਭੋਗ ਲਵਾਉਣਾ ਜੀ। ਉਸ ਤੋਂ ਬਾਅਦ ਫਿਰ ਸ਼ਾਮ ਨੂੰ ਇਹਨੇ ਭੋਗ ਲਵਾਉਣਾ ਜੀ, ਤੇ ਅਸੀਂ 2 ਟਾਈਮ ਖਾਣਾ ਖਾਂਦੇ ਹਾਂ ਜੀ। ਤੇ ਉਸ ਤੋਂ ਬਾਅਦ ਦਬਾ ਕੇ ਖਾਣਾ, ਫਿਰ ਚਲੋ ਉਹਦਾ ਬਿਸਤਰ ਵਸਾ ਕੇ ਸਭ ਕੋ ਕੱਪੜਾ ਲੀੜਾ ਵਸਾ ਕੇ ਫਿਰ ਪੱਖਾ ਛੱਡ ਦਿੰਦੇ ਆ। ਚਲੋ ਜੀ, ਉਹਦਾ ਕਮਰਾ ਲੱਗ ਹੀ ਬਣਾਇਆ ਹੋਇਆ ਸਾਡਾ ਜੀ। ਅੰਕਲ ਜੀ, ਇਹ ਜਿਵੇਂ ਆਪਾਂ ਪੂਰੇ ਜੀਵਨ ਦੀ ਗੱਲਬਾਤ ਕੀਤੀ, ਤੁਸੀਂ ਦੱਸਿਆ ਇਹ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਉੱਥੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਸਕੂਲ ਦੇ ਵਿੱਚ ਮਿਲੇ ਸੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੀ ਦੱਸਿਆ ਕਿ ਅਸੀਂ ਚੰਗਾ ਸਹਿਯੋਗ ਕਰਦੇ ਹਾਂ। ਇੱਥੋਂ ਦੀ ਕਲੱਬ, ਇੱਥੋਂ ਦੇ ਪਿੰਡ ਦੇ ਲੋਕ ਇੱਕ ਸ਼ਹੀਦ ਦੇ ਪਿਤਾ ਨਾਲ ਕਿਹੋ ਜਿਹਾ ਪਰਿਵਾਰ ਨਾਲ ਬਿਹੇਵ ਕਰ ਰਹੇ ਆ, ਕਿਹੋ ਜਿਹਾ ਉਹਨਾਂ ਦਾ ਤੁਹਾਡੇ ਨਾਲ ਕੋਈ ਨਗਰ ਨੇ ਸਾਡੇ ਨੇ ਬਹੁਤ ਵਿਚਾਰੇ ਵਧੀਆ ਬੰਦੇ ਨੇ ਜੀ। ਇੱਕ ਜੱਸ ਮੁੰਡਾ ਜੀ, ਪਹਿਲਾਂ ਸਾਡੇ ਬੱਚੇ ਦਾ ਨਾਂ ਰੋਸ਼ਨ ਉਹਨੇ ਕੀਤਾ ਜੀ, ਔਰ ਟੂਰਨਾਮੈਂਟ ਕਰਾਇਆ ਇਸ ਗੋਲਟੀ ਦੇ ਨਾਂ ਤੇ। ਜੱਸ ਹੈ ਮੁੰਡਾ ਜੀ। ਉਹਦੇ ਮੈਂ ਤਾਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਰੋੜੀਆਂ ਜੱਸ ਮੁੰਡਾ ਜਿਹੜਾ, ਉਹਦੇ ਨਾਲ ਕਲੱਬ ਵਾਲਿਆਂ ਦਾ, ਮੁੰਡਿਆਂ ਦਾ, ਸਾਰਿਆਂ ਦਾ ਧੰਨਵਾਦ ਕਰਦਾ। ਉਸ ਤੋਂ ਬਾਅਦ ਖੇੜੀ ਨਗਰ ਹੈ ਸਾਡਾ, ਸਮਝ ਲਓ ਇਹ ਕਮੇਟੀ ਹੋ ਗਈ, 3 ਪਿੰਡ ਇਕੱਠੇ ਹੋ ਗਏ, ਮਲੌਦ, ਰੋੜੀਆਂ, ਖੇੜੀ। ਔਰ ਸਮਝ ਲਓ ਫਿਰ ਖੇੜੀ ਬੂਟਾ ਸਿੰਘ ਹੈ, ਉਹ ਕਲੱਬ ਸਮਝ ਲਓ ਉਹ ਵੀ ਖੇਡਾਂ ਕਰਾਉਂਦੇ ਨੇ, ਉਹ ਵੀ ਬੜਾ ਸਹਿਯੋਗ ਦਿੰਦੇ ਨੇ। ਗੋਲਟੀ ਦਾ ਸਮਝ ਲਓ ਖੇਡਾਂ ਕਰਾ ਕੇ ਇੰਨਾ ਕੁ ਸਾਨੂੰ ਮਾਣ ਹੁੰਦਾ ਹੈ ਵੀ ਇਹ ਬੱਚੇ ਦੇ ਨਾਂ ਦੀਆਂ ਖੇਡਾਂ ਕਰਾਉਂਦੇ ਨੇ, ਸਾਨੂੰ ਬਹੁਤ ਫਖਰ ਹੈ। ਅੱਛਾ, ਉਸ ਤੋਂ ਬਾਅਦ ਲੰਗਰ ਲਾਉਂਦੇ ਨੇ ਨੈਣਾ ਦੇਵੀ ਦਾ, ਮਲੌਦ ਕਮੇਟੀ ਹੈ ਜਿਹੜੀ ਲੰਗਰ ਵਾਲੇ, ਉਹ ਵੀ ਸਾਡੇ ਗੋਲਟੀ ਦੀਆਂ ਫੋਟੋ ਤਸਵੀਰਾਂ ਲੰਗਰ ਉਹਦੇ ਨਾਂ ਦਾ ਲਾਉਂਦੇ ਨੇ, ਨੈਣਾ ਦੇਵੀ ਜਾ ਕੇ ਲਾਉਂਦੇ ਨੇ। ਸਾਨੂੰ ਇੰਨਾ ਕੁ ਫਖਰ ਹੈ, ਬਹੁਤ ਜ਼ਿਆਦਾ, ਯਾਨੀ ਵੀ ਸਾਡਾ ਬੱਚੇ ਦਾ ਇੰਨਾ ਕੁ ਲੋਕ ਕਰ ਰਹੇ ਨੇ, ਸਾਨੂੰ ਬਹੁਤ ਖੁਸ਼ੀ ਹੈ। ਇੱਕ ਪਾਸੇ ਸਾਨੂੰ ਦੁੱਖ ਵੀ ਬਹੁਤ ਜ਼ਿਆਦਾ ਹੈ ਔਰ ਫਖਰ ਵੀ ਬਹੁਤ ਹੈ ਵੀ ਸਾਡੇ ਨਾਲ ਨਗਰ ਦੇ ਲੋਕ ਇੰਨਾ ਕਰਦੇ ਨੇ। ਅਸੀਂ ਇਹਨਾਂ ਦਾ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਵੀ ਕਰ ਰਹੇ ਨੇ। ਦੋਸਤੋ, ਜਿਹੜੀ ਅਸੀਂ ਅੱਜ ਦੀ ਗੱਲਬਾਤ ਕੀਤੀ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੇ ਮਾਤਾ ਬਲਜਿੰਦਰ ਕੌਰ ਜੀ ਤੇ ਸਤਿਕਾਰਯੋਗ ਪਿਤਾ ਸਰਦਾਰ ਗੁਰਚਰਨ ਸਿੰਘ ਦੇ ਨਾਲ, ਇਸ ਪੂਰੀ ਗੱਲਬਾਤ ਦੇ ਵਿੱਚ ਅਸੀਂ ਨਗਰ ਨਿਵਾਸੀਆਂ ਦੇ ਨਾਲ ਵੀ ਗੱਲਬਾਤ ਕਰਨ ਤੋਂ ਬਾਅਦ ਤੇ ਗੋਲਡੀ ਦੇ ਘਰ ਦੇ ਵਿੱਚ ਜਾ ਕੇ ਉਹ ਪੂਰਾ ਕਮਰਾ ਜਿਹੜਾ ਅੱਜ ਵੀ ਉਸ ਮਹਾਨ ਸ਼ਹੀਦ ਦੀ ਯਾਦ ਨੂੰ ਸਮਰਪਿਤ ਹੈ, ਇਸ ਪਰਿਵਾਰ ਨੇ ਕੀਤਾ ਹੋਇਆ। ਇੱਕ ਗੱਲ ਦਾ ਫਖਰ ਵੀ ਹੁੰਦਾ ਹੈ ਕਿ ਸਾਡਾ ਉਹ ਨੌਜਵਾਨ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਸਾਡੇ ਦੇਸ਼ ਦੇ ਲਈ ਜਾਨ ਵਾਰਨ ਵਾਲਾ ਜਿੰਦਾ ਰਹੇਗਾ। ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੇ ਨੌਜਵਾਨ, ਆਉਣ ਵਾਲੀਆਂ ਸਾਡੀਆਂ ਨਸਲਾਂ ਉਸ ਮਹਾਨ ਸ਼ਹੀਦ ਤੋਂ ਜ਼ਰੂਰ ਪ੍ਰੇਰਨਾ ਲੈਣਗੀਆਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਦੇਸ਼ ਲਈ ਇੱਕ ਕਾਰਨਾਮਾ ਕੀਤਾ ਤੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ ਹੈ। ਅਸੀਂ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਇਦਾਰੇ ਡੇਲੀ ਆਵਾਜ਼ ਵੱਲੋਂ ਵੀ। ਬਹੁਤ ਟੀਮ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਲਈ ਟਾਈਮ ਕੱਢਿਆ ਤੁਸੀਂ ਜੀ। ਅਸੀਂ ਬਹੁਤ ਸ਼ੁਕਰੀਆਗੁਜ਼ਾਰ ਹਾਂ ਤੁਹਾਡੇ। ਹੈ ਦੋਸਤੋ, ਸਾਡਾ ਅੱਜ ਦਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਸਾਨੂੰ ਜ਼ਰੂਰ ਦੱਸਣਾ। ਤੁਸੀਂ ਡੇਲੀ ਆਵਾਜ਼ ਦੇ ਨਾਲ ਜੁੜੇ ਰਹੋ ਅਗਲੇ ਪ੍ਰੋਗਰਾਮਾਂ ਨੂੰ ਦੇਖਣ ਲਈ। ਤਦ ਤੱਕ ਲਈ ਮੈਨੂੰ ਬਿੱਟੂ ਚੱਕ ਵਾਲਿਆਂ ਤੇ ਸਮੁੱਚੀ ਟੀਮ ਨੂੰ ਦਿਓ ਇਜਾਜ਼ਤ। ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸਾਨੂੰ ਅੱਜ ਬਹੁਤ ਵੱਡਾ ਮਾਣ ਹੈ, ਪਰਿਵਾਰ ਨੂੰ ਮਾਣ ਹੈ, ਨਗਰ ਨੂੰ ਮਾਣ ਹੈ, ਇਲਾਕੇ ਨੂੰ ਮਾਣ ਹੈ, ਕੌਮ ਨੂੰ ਮਾਣ ਹੈ, ਦੇਸ਼ ਨੂੰ ਮਾਣ ਹੈ। ਸਾਡੇ ਕੋਲ ਜੀ ਬਹੁਤ ਉਹਨਾਂ ਦਾ ਵਧੀਆ ਸੁਭਾਅ ਰਿਹਾ। ਜਿੱਥੇ ਵੀ ਅਸੀਂ ਡਿਊਟੀ ਲਾਉਣੀ, ਰਾਤ ਨੂੰ ਲਾਉਣੀ, ਦਿਨੇ ਲਾਉਣੀ, ਕਦੇ ਕਈ ਵਾਰੀ ਸਰੀਰ ਬੁਖਾਰ ਹੋਣਾ ਜਾਂ ਢਿੱਲਾ ਮੱਠਾ ਹੋਣਾ, ਉਹਨਾਂ ਨੇ ਕਦੇ ਵੀ ਸਾਨੂੰ ਜਵਾਬ ਨਹੀਂ ਦਿੱਤਾ ਸੀ। ਜੇ ਅਸੀਂ ਕਹਿਣਾ ਵੀ ਰਾਤ ਦੀ ਡਿਊਟੀ ਤੈਅ ਲਾਉਣੀ ਆ, ਰਾਤ ਨੂੰ ਇੱਥੇ ਰਹਿਣਾ, ਸੇਵਾ ਕਰਨੀ ਆ, ਜਿੱਥੇ ਉਹ ਰੌਲ ਲਾਉਂਦੇ ਉੱਥੇ ਜੇ ਸੇਵਾ ਵੀ ਰਾਤ ਨੂੰ ਪਾਠੀਆਂ ਨੂੰ ਸੇਵਾ ਕਰਨੀ ਆ, ਲੰਗਰ ਪ੍ਰਸਾਦੇ ਜੀ ਦਾ ਹੋਰ। ਸੋ ਉਹਨਾਂ ਨੇ ਕਦੇ ਵੀ ਮੱਥੇ ਵੱਟ ਨਹੀਂ ਪਾਏ, ਸਿਰੇ ਖਿੜੇ ਮੱਥੇ ਪ੍ਰਵਾਨ ਕਰਦੇ ਸੀ। ਜਿੱਥੇ
ਸਾਨੂੰ ਇਹਨਾਂ ਦੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਉੱਥੇ ਸਾਨੂੰ ਮਾਣ ਵੀ ਹੈ ਕਿ ਸਾਡਾ ਸਕੂਲ ਦਾ ਵਿਦਿਆਰਥੀ ਤੇ ਸਾਡੀ ਸੰਸਥਾ ਦਾ ਨਾਮ, ਸਾਡੇ ਇਲਾਕੇ ਦਾ ਨਾਮ ਪੂਰੇ ਹਿੰਦੁਸਤਾਨ 'ਚ ਰੌਸ਼ਨ ਕਰਕੇ ਗਏ ਨੇ ਤੇ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਹਦੇ ਨਾਂ ਤੇ ਸੰਸਥਾ ਦਾ ਨਾਮ ਜਿਹੜਾ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਦੇ ਨਾਂ ਤੇ ਬਣਿਆ। ਤੇ ਉਸ ਦਿਨ ਤੋਂ, ਜਿਸ ਦਿਨ ਤੋਂ ਇਹਨਾਂ ਦਾ ਸਕੂਲ ਦਾ ਨਾਮਕਰਨ ਹੋਇਆ ਜੀ ਉਸ ਦਿਨ ਤੋਂ ਸਾਡੇ ਸਕੂਲ ਦਾ ਜਿਹੜਾ ਬਹੁਤ ਹੀ ਤਰੱਕੀਆਂ ਵੱਲ ਗਿਆ। ਬਹੁਤ ਹੀ ਸੁਭਾਅ ਵਧੀਆ ਉਹਦਾ, ਹਰ ਉਹਨੇ ਆ ਕੇ ਮੱਥਾ ਟੇਕਣਾ, ਫਾਲਤੂ ਗੱਲ ਨਹੀਂ ਕਿਸੇ ਨੇ ਬਹੁਤੀ ਕਰਨੀ, ਨਾ ਬਹੁਤੀ ਹਿਲਤ ਕਰਦਾ ਸੀ। ਉਹਦੇ ਜਾਣ ਦੇ ਨਾਲ ਪਿੰਡ ਕੇਰਾ ਸੁੰਨ ਹੋ ਗਿਆ ਸੀ ਜ਼ਰੂਰ, ਪਰ ਉਹ ਜਿਹੜੀ ਉਹਦੀ ਸ਼ਹੀਦੀ ਦਾ ਕਾਰਨਾਮਾ ਹੈ ਇਹਨੂੰ ਦੇਖ ਕੇ ਸਾਰੇ ਖੁਸ਼ੀਆਂ ਮਨਾਉਂਦੇ ਨੇ ਵੀ ਸਾਡੇ ਇਲਾਕੇ ਦੇ ਵਿੱਚ ਪਿੰਡ ਰੋੜੀਆਂ ਦੇ ਵਿੱਚ ਬਿਲਕੁਲ ਕੋਈ ਸ਼ਹੀਦ ਹੋਇਆ। ਸੁਰਿੰਦਰ ਸਿੰਘ ਗੋਲਡੀ ਬਹੁਤ ਸਾਊ ਨੇਕ ਇਨਸਾਨ ਸੀ, ਬਹੁਤ ਸਾਊ ਬੱਚਾ ਸੀਗਾ।